श्री वाहिगुरु साहिब जी। टंडोलत ढूडत हो फिरी, टह टह पवन करार। भारे टहते टह पए, हौले निकसे पार। टंडोलत ढूडत हो फिरी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗੀ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਨ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਢੋਲਤ ਢੂਡਤ ਹੋ ਫਿਰੀ। ਰਾਮ ਕਲੀ ਮਹੱਲਾ ਪਹਿਲਾ। ਦੱਖਣੀ ਓੰਕਾਰ ਸਰਲੇਖ ਹੇਠ ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਦੱਖਣੀ ਓੰਕਾਰ ਨਾਮੇ ਗੁਰਬਾਣੀ ਦੀ ਕਥਾ ਵਿਚਾਰ ਚੱਲ ਰਹੀ ਹੈ, ਜਿਸ ਦੀਆਂ 30 ਪੌੜੀਆਂ ਦੀ ਵਿਚਾਰ ਪਿੱਛੇ ਆਪ ਸਰਵਣ ਕਰ ਚੁੱਕੇ ਹੋ। ਅੱਜ 31ਵੀਂ ਪੌੜੀ ਪ੍ਰਾਰੰਭ ਹੋ ਰਹੀ ਹੈ। ਟੰਡੋਲਤ ਢੂਡਤ ਹੋ ਫਿਰੀ। ਖੋਜਣ ਵਾਲੀ ਹੋ ਕੇ ਵੇਦਾਂ ਸ਼ਾਸਤਰਾਂ ਨੂੰ ਖੋਜਦੀ ਮੈਂ ਫਿਰਦੀ ਰਹੀ, ਜਾਂ ਹੰਗਤਾ ਦੀ ਸਹਿਤ ਭਾਲਦੀ ਰਹੀ। ਟਹ ਟਹ ਪਵਨ ਕਰਾਰ। ਤੇ ਮੈਂ ਕੀ ਵੇਖਿਆ, ਜੋ ਵਰ ਲੈ ਲੈ ਕੇ ਦੁਨੀਆ ਵਿੱਚ ਵੱਡੇ ਵੱਡੇ ਰਾਵਣ ਵਰਗੇ ਕਿਨਾਰੇ ਸੀ, ਜਾਂ ਬੜੇ ਪੱਕੇ ਕਿਨਾਰੇ ਬਣੇ ਹੋਏ ਸੀ, ਉਹ ਢਹਿ ਢਹਿ ਕੇ ਮੌਤ ਰੂਪ ਨਦੀ ਦੇ ਵਿੱਚ ਪਵਨ ਪੈ ਗਏ, ਡਿੱਗ ਗਏ ਹਨ। ਇਸੇ ਪ੍ਰਕਾਰ ਟਹ ਟਹ ਪਵਨ ਕਰਾਰ। ਬੜੇ ਬੜੇ ਕਿਨਾਰੇ ਭਾਵ ਤਾਕਤਵਰ ਸਰੀਰਾਂ ਵਾਲੇ ਕਾਲ ਰੂਪ ਨਦੀ ਵਿੱਚ ਪੈ ਕੇ ਡਿੱਗ ਰਹੇ ਹਨ। ਭਾਰੀ ਟਹਤੇ ਟਹ ਪਏ। ਜਿਹੜੇ ਪਾਪਾਂ ਕਰਕੇ ਭਾਰੀ ਆਪਣੇ ਤੋਂ ਕਮਜ਼ੋਰ ਲੋਕਾਂ ਨੂੰ ਢਾਉਂਦੇ ਨਾਸ਼ ਕਰਦੇ ਸਨ, ਉਹ ਅੰਤ ਨੂੰ ਕਾਲ ਦੇ ਅੱਗੇ ਢਹਿ ਪਏ, ਡਿੱਗ ਪਏ। ਜਾਂ ਪਾਪਾਂ ਕਰਕੇ ਭਾਰੇ ਪੁਰਸ਼ ਢਹਿੰਦੇ ਢਹਿੰਦੇ ਯਮਦੂਤਾਂ ਦੇ ਅੱਗੇ ਡਿੱਗ ਪਏ ਅਤੇ ਹਉਲੇ ਨਿਕਸੇ ਪਾਰ। ਪਾਪਾਂ ਤੋਂ ਰਹਿਤ ਹੋਣੇ ਕਰਕੇ ਹਲਕੇ ਪਾਪ ਪੁੰਨੀ ਪੁਰਖ ਸਨ, ਉਹ ਸੰਸਾਰ ਸਮੁੰਦਰ ਤੋਂ ਨਿਕਲ ਕੇ ਮੁਕਤ ਰੂਪ ਕਿਨਾਰੇ ਤੇ ਪਹੁੰਚ ਗਏ ਹਨ। ਜਾਂ ਇਸੇ ਪ੍ਰਕਾਰ ਭਾਰੇ ਟਹਤੇ ਟਹ ਪਏ। ਜਿਹੜੇ ਹੰਕਾਰ ਉਭਾਰ ਕਰਕੇ ਹਰਨਾਖਸ਼ ਵਰਗੇ ਪ੍ਰਹਿਲਾਦ ਆਦਿ ਭਗਤਾਂ ਨੂੰ ਢਾਉਣ ਭਾਵ ਨਾਸ਼ ਕਰਨ ਵਾਲੇ ਸਨ, ਉਹ ਢਹਿ ਗਏ। ਅਤੇ ਜੋ ਪ੍ਰਹਿਲਾਦ ਵਰਗੇ ਹਉਲੇ ਨਿਕਸੇ ਪਾਰ। ਹੌਲੇ ਭਾਵ ਨਿਮਰਤਾ ਵਾਲੇ ਉਹ ਸਨ, ਉਹ ਸੰਸਾਰ ਸਮੁੰਦਰ ਤੋਂ ਪਾਰ
ਮੁਕਤ ਰੂਪ ਕਿਨਾਰੇ ਉੱਤੇ ਨਿਕਲ ਗਏ ਹਨ। ਅਰਥਾਤ ਜੋ ਜੀਵ ਕਾਮਨਾ ਦੇ ਸਹਿਤ ਭਾਰੇ ਹਨ, ਉਹ ਕਾਮਨਾ ਦੀ ਪ੍ਰਾਪਤੀ ਦੇ ਵਿੱਚ ਹੀ ਡਿੱਗ ਜਾਂਦੇ ਰਹਿ ਜਾਂਦੇ ਹਨ, ਪਰ ਪਰਮੇਸ਼ਰ ਨੂੰ ਪਾ ਨਹੀਂ ਸਕਦੇ। ਅਤੇ ਜੋ ਨਿਸ਼ਕਾਮੀ ਪੁਰਖ ਨੇ, ਉਹ ਸੰਸਾਰ ਸਮੁੰਦਰ ਚੋਂ ਨਿਕਲ ਕੇ ਮੁਕਤੀ ਦੇ ਤਾਈਂ ਪਾਉਂਦੇ ਹਨ। ਅਮਰ ਅਜਾਚੀ ਹਰ ਮਿਲੇ, ਜੋ ਮਰਨ ਤੋਂ ਰਹਿਤ ਅਤੇ ਨਾ ਮੰਗਣ ਵਾਲੇ ਨਿਸ਼ਕਾਮੀ ਪੁਰਖ ਸੰਤਾਂ ਨੂੰ ਪਰਮੇਸ਼ਰ ਜੀ ਨੂੰ ਮਿਲੇ ਪ੍ਰਾਪਤ ਹੋਏ ਹਨ। ਇਸੇ ਪ੍ਰਕਾਰ ਅਮਰ ਅਜਾਚੀ ਹਰ ਮਿਲੇ, ਅਜਾਚੀ ਜਿਨ੍ਹਾਂ ਵਿੱਚ ਯਾਚਨਾ ਨਹੀਂ ਸੀ, ਭਾਵ ਨਿਸ਼ਕਾਮ ਭਗਤੀ ਵਾਲਿਆਂ ਨੂੰ ਅਮਰ ਕਦੇ ਨਾ ਮਰਨੇ ਵਾਲੇ ਹਰ ਮਿਲੇ, ਹਰੀ ਪਰਮੇਸ਼ਰ ਜੀ ਮਿਲੇ ਹਨ। ਤਿਨ ਕੈ ਹਾਂ ਬਲ ਜਾ, ਤਿਨਾਂ ਦੇ ਉੱਪਰੋਂ ਮੈਂ ਬਲਿਹਾਰ ਕੁਰਬਾਨ ਜਾਂਦਾ ਹਾਂ। ਤਿਨ ਕੀ ਧੂੜ ਅਕੁਲੀਐ, ਤਿਨਾਂ ਨਿਸ਼ਕਾਮੀ ਪੁਰਖ ਸੰਤਾਂ ਦੇ ਚਰਨਾਂ ਦੀ ਧੂੜੀ ਗ੍ਰਹਿਣ ਕਰਨ ਦੇ ਨਾਲ ਅਕੁਲੀਏ ਛੁੱਟੀਦਾ ਹੈ, ਮੁਕਤ ਹੋ ਜਾਈਦਾ ਹੈ। ਸੰਗਤ ਮੇਲ ਮਿਲਾ, ਜੇ ਪਰਮੇਸ਼ਰ ਜੀ ਕਿਰਪਾ ਕਰਕੇ ਅਜਿਹੇ ਪੁਰਖਾਂ ਦੀ ਸੰਗਤ ਦੇ ਨਾਲ ਮੇਲ ਕਰਵਾ ਦੇਣ, ਤਾਦੀ ਉਹ ਨਾਮ ਸਤਿਰੂਪ ਦੇ ਨਾਲ ਮਿਲਾਉਣਾ ਕਰਦੇ ਹਨ। ਇਸੇ ਪ੍ਰਕਾਰ ਸੰਗਤ ਮੇਲ ਮਿਲਾ, ਇਸ ਲਈ ਸਾਨੂੰ ਕੀ ਚਾਹੀਦਾ? ਆਪਣੇ ਆਪ ਨੂੰ ਉਹਨਾਂ ਨਿਸ਼ਕਾਮੀ ਪੁਰਖਾਂ ਸੰਤਾਂ ਦੀ ਸੰਗਤ ਦੇ ਮੇਲ ਵਿੱਚ ਮਿਲਾਉਣਾ ਕਰੋ। ਜਾਂ ਕੁਝ ਵੀ ਨਹੀਂ ਹੁੰਦਾ, ਇਹ ਅਰਦਾਸ ਤਾਂ ਕਰੀਏ ਕਿ ਹੇ ਪਰਮੇਸ਼ਰ, ਉਹਨਾਂ ਦੀ ਸੰਗਤ ਦੇ ਮੇਲ ਵਿੱਚ ਕਿਰਪਾ ਕਰਕੇ ਸਾਨੂੰ ਮਿਲਾ ਦੇਵੋ ਜੀ। ਮਨ ਦੀਆ ਗੁਰ ਆਪਣਾ, ਜਿਨ੍ਹਾਂ ਨੇ ਆਪਣੇ ਸਤਿਗੁਰਾਂ ਨੂੰ ਮਨ ਬੇਟਾ ਕਰ ਦਿੱਤਾ ਹੈ, ਪਾਇਆ ਨਿਰਮਲ ਨਾਮ, ਉਹਨਾਂ ਨੇ ਗੁਰਾਂ ਪਾਸੋਂ ਉਜਲ ਸਰੂਪ ਪਰਮੇਸ਼ਰ ਦਾ ਨਾਮ ਪਾਉਣਾ ਕੀਤਾ ਹੈ। ਜਾਂ ਮਲ ਵਖੀਬ ਦੀ ਮੈਲ ਤੋਂ ਰਹਿਤ ਕਰਨ ਵਾਲਾ ਨਾਮ ਅੰਮ੍ਰਿਤ ਪਾਉਣਾ ਕੀਤਾ ਹੈ। ਜਿਨ ਨਾਮ ਦਿਆ ਤਿਸ ਸੇਵ ਸਾ, ਜਿਸ ਸਤਿਗੁਰੂ ਸਾਹਿਬ ਜੀ ਨੇ ਮੈਨੂੰ ਪ੍ਰਭੂ ਦਾ ਨਾਮ ਦਿੱਤਾ ਹੈ, ਤਿਨਾਂ ਸਤਿਗੁਰਾਂ ਜੀ ਨੂੰ ਹਰ ਵਕਤ ਸੇਵਨਾ ਕਰਦਾ ਹਾਂ, ਜਾਂ ਤਨ ਕਰਕੇ ਸੇਵਦਾ ਹਾਂ। ਤਿਸ ਬਲਿਹਾਰ ਜਾ, ਅਤੇ ਤਿੰਨਾਂ ਸਤਿਗੁਰਾਂ ਦੇ ਉੱਪਰੋਂ ਮਨ ਕਰਕੇ ਬਲਿਹਾਰ ਕੁਰਬਾਨ ਜਾਂਦਾ ਹਾਂ। ਜੋ ਸਾਰੇ ਸੋ ਢਾਹਸੀ, ਜੋ ਪਰਮੇਸ਼ਰ ਸੰਸਾਰ ਨੂੰ ਉਸਾਰਦਾ ਪੈਦਾ ਕਰਦਾ ਹੈ, ਉਹੀ ਢਾਉਂਦਾ ਪਰਲੋ ਕਰਦਾ ਹੈ। ਤਿਸ ਬਿਨ ਅਵਰ ਨਾ ਕੋਈ, ਤਿਸ ਪਰਮੇਸ਼ਰ ਤੋਂ ਬਿਨਾ ਹੋਰ ਕੋਈ ਵੀ ਉਤਪਤੀ ਲੈਤਾ ਕਰਨ ਵਾਲਾ ਨਹੀਂ ਹੈ। ਇਸੇ ਪ੍ਰਕਾਰ ਜੋ ਸਾਰੇ ਸੋ ਢਾਹਸੀ, ਜੋ ਪਰਮੇਸ਼ਰ ਮਨਮੁਖਾਂ ਦੇ ਹਿਰਦੇ ਵਿੱਚ ਆਸਰੀ ਸੰਪਦਾ ਨੂੰ ਪੈਦਾ ਕਰਦਾ ਹੈ, ਉਹੀ ਗਿਆਨਮਾਨਾਂ ਦੇ ਹਿਰਦੇ ਵਿੱਚੋਂ ਆਸੁਰੀ ਸੰਪਦਾ ਨੂੰ ਢਾਉਂਦਾ ਨਾਸ਼ ਕਰਦਾ ਹੈ। ਤਿਸ ਬਿਨ ਅਵਰ ਨਾ ਕੋਈ, ਪੂਰਨ ਗਿਆਨ ਹੋਣ ਤੋਂ ਉਸ ਵਾਹਿਗੁਰੂ ਦੇ ਬਿਨਾ ਅਵਰ ਅਸਥਾਨ ਵਿੱਚ ਹੋਰ ਕੋਈ ਵੀ ਨਹੀਂ ਦਿਖਦਾ ਹੈ। ਗੁਰ ਪ੍ਰਸਾਦੀ ਤਿਸ ਸੰਮਲਾ, ਸਤਿਗੁਰਾਂ ਦੀ ਕਿਰਪਾ ਸਦਕਾ ਤਿਸ ਪਰਮੇਸ਼ਰ ਦੇ ਨਾਮ ਨੂੰ ਸੰਭਾਲਦਾ ਯਾਦ ਕਰਦਾ ਰਹੇ। ਤਾ ਤਨ ਦੁਖ ਨਾ ਹੋਇ, ਤਾਂ ਸਰੀਰ ਵਿੱਚ ਕੋਈ ਵੀ ਆਦਿ ਬਿਆਦਿ ਉਪਾਧੀ ਰੂਪ ਦੁੱਖ ਨਹੀਂ ਹੁੰਦਾ ਹੈ। ਨਾ ਕੋ ਮੇਰਾ ਕਿਸ ਗਹੀ,
ਮਹਾਰਾਜ ਕਹਿੰਦੇ ਨੇ ਦੁਖ ਭੰਜਨ ਤੇਰਾ ਨਾਮ ਜੀ, ਦੁਖ ਭੰਜਨ ਤੇਰਾ ਨਾਮ, ਆਠ ਪਹਿਰ ਅਰਧੀ ਹੈ ਪੂਰਨ ਸਤਿਗੁਰ ਗਿਆਨ। ਜੇ ਮਹਾਰਾਜ ਨੂੰ ਯਾਦ ਕਰਦੇ ਰਹੀਏ ਤਾਂ ਸਭ ਤੋਂ ਵੱਡਾ ਦੁੱਖ ਗੁਰ ਮੰਤਰ ਦਾ ਹੈ। ਵਾਹਿਗੁਰੂ ਮਾਫ ਕਰਨਾ, ਹਉਮੈ ਦਾ ਹੈ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਕੋਈ। ਵਾਹਿਗੁਰੂ ਗੁਰ ਮੰਤਰ ਦੇ ਜਾਪ ਕਰਨ ਤੋਂ ਹਉਮੈ ਦਾ ਰੋਗ ਵੀ ਨਾਸ਼ ਹੋ ਜਾਂਦਾ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੀ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹੇ ਸੁਣੋ ਜਣੋ, ਇਤ ਸੰਜਮ ਦੁਖ ਜਾਏ। ਗੁਰ ਪ੍ਰਸਾਦੀ ਤੇ ਸਮੁਲਾ ਤਾ ਤਨ ਦੁਖ ਨਾ ਹੋਏ। ਇੱਥੇ ਤਨ ਦਾ ਨਾਮ ਹੈ, ਮਤਲਬ ਮਨ ਤਾਂ ਸੁਖੀ ਹੁੰਦਾ ਹੀ ਹੁੰਦਾ ਹੈ ਵਾਹਿਗੁਰੂ ਨਾਮ ਜਪਣ ਤੋਂ, ਪਰ ਜਿਹੜੀਆਂ ਸਰੀਰ ਦੀਆਂ ਬਿਮਾਰੀਆਂ ਨੇ, ਆਦਿ ਹੈ, ਵਿਆਧੀ ਹੈ, ਉਪਾਧੀ ਹੈ, ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾਕੋ ਬਿਗਨ ਨ ਕੋ ਲਾਗੈ, ਜਾ ਕੀ ਪ੍ਰਭ ਆਗੇ ਅਰਦਾਸ। ਜਿਸ ਦੀ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਹੈ, ਉਸ ਨੂੰ ਕੋਈ ਵੀ ਦੁੱਖ ਨਹੀਂ ਲੱਗਦਾ ਹੈ। ਸੋ ਹੁਣ ਸਤਿਗੁਰੂ ਸਾਹਿਬ ਜੀ ਰਾਣੀ ਅੱਖਰ ਦੁਆਰਾ ਕਥਨ ਕਰਦੇ ਨੇ, ਨਾ ਕੋ ਮੇਰਾ ਕਿਸ ਗਹੀ। ਸੰਸਾਰ ਦੇ ਵਿੱਚ ਗੁਰਾਂ ਤੋਂ ਬਿਨਾ, ਪਰਮੇਸ਼ਰ ਤੋਂ ਬਿਨਾ ਮੇਰਾ ਹੋਰ ਕੋਈ ਨਹੀਂ ਹੈ। ਨਾ ਕੋ ਹੁਆ ਨਾ ਹੋਗ। ਇਸ ਲਈ ਕਿਸ ਗਹੀ, ਦਿਲ ਦੇ ਵਿੱਚ ਕਿਸ ਨੂੰ ਗ੍ਰਹਿਣ ਕਰੀਏ। ਨਾ ਕੋ ਹੁਆ, ਨਾ ਹੁਣ ਕੋਈ ਮੇਰਾ ਹੈ, ਨਾ ਹੋਗ, ਨਾ ਪਿੱਛੇ ਕੋਈ ਹੋਇਆ ਹੈ, ਤੇ ਨਾ ਹੀ ਅੱਗੇ ਨੂੰ ਕੋਈ ਹੋਗ ਹੋਵੇਗਾ। ਆਵਣ ਜਾਣ ਵੇ ਗੁਚੀਐ। ਜੋ ਗੁਰਾਂ ਤੋਂ ਜਾਂ ਪਰਮੇਸ਼ਰ ਤੋਂ ਬਿਨਾ ਹੋਰਨਾਂ ਦੇਵੀ ਦੇਵਤਿਆਂ ਨੂੰ ਆਪਣਾ ਮੰਨੀ ਬੈਠੇ ਨੇ, ਉਹ ਜਨਮ ਧਾਰ ਕੇ ਆਉਣ ਤੇ ਮਰ ਕੇ ਜਾਣ ਵਿੱਚ ਹੀ ਖਰਾਬ ਹੁੰਦੇ ਰਹਿੰਦੇ ਨੇ। ਦੁਬਿਧਾ ਵਿਆਪੈ ਰੋਗ। ਅਤੇ ਉਹਨਾਂ ਨੂੰ ਦੁਬਿਧਾ ਰੋਗ, ਦੁਬਿਧਾ ਰੂਪੀ ਰੋਗ ਵਿਆਪਦਾ ਲੱਗਾ ਰਹਿੰਦਾ ਹੈ। ਜਾਂ ਮਹਾਰਾਜ ਫਰਮਾਉਂਦੇ ਨੇ, ਦੁਬਿਧਾ ਵਿਆਪੈ ਰੋਗ। ਹਉਮੈ ਰੂਪ ਰੋਗ ਕਰਕੇ ਦੁਚਿੱਤਾ ਗੁਣਾ ਵਿਆਪ ਰਿਹਾ, ਜਿਸ ਨਾਲ ਆਉਣ ਜਾਣ ਜੰਮਣ ਮਰਨ ਦੇ ਵਿੱਚ ਖਰਾਬ ਹੋਈਦਾ ਹੈ। ਨਾਮ ਵਿਹੁਣੇ ਆਦਮੀ। ਜੋ ਪਰਮੇਸ਼ਰ ਦੇ ਨਾਮ ਤੋਂ ਬਿਨਾ ਆਦਮੀ ਨੇ ਮੂਰਖ ਹਨ। ਕਲਰ ਕੰਧ ਗਿਰੰਤ। ਉਹ ਇੰਜ ਨਾਸ਼ ਹੋ ਜਾਂਦੇ ਨੇ ਜਿਵੇਂ ਕਲਰ ਰੇਹ ਵਾਲੀ ਕੰਧ ਗਿਰੰਤ ਗਿਰ ਜਾਂਦੀ ਹੈ। ਜਾਂ ਇਸੇ ਪ੍ਰਕਾਰ ਕਲਰ ਕੰਧ ਗਿਰੰਤ। ਪੰਜ ਤੱਤਾਂ ਰੂਪ ਕਲਰ ਦੀ ਦੇਹ ਰੂਪ ਕੰਧ ਹੈ। ਜਾਂ ਦੇਹ ਰੂਪ ਕੰਧ ਨੂੰ ਵਿਸ਼ੇ ਰੂਪ ਕਾਲ ਰੂਪੀ ਕਲਰ ਲੱਗਣ ਕਰਕੇ ਅੰਤ ਨੂੰ ਗਿਰ ਜਾਂਦੀ ਹੈ, ਡਿੱਗ ਪੈਂਦੀ ਹੈ। ਅਰਥਾਤ ਜਿਵੇਂ ਕਲਰ ਸ਼ੋਰੇ ਦੀ ਖਾਧੀ ਹੋਈ ਕੰਧ ਉੱਪਰੋਂ ਦਾ ਸਹੀ ਸਲਾਮਤ ਦਿਖਦੀ ਹੈ, ਪਰ ਅੰਦਰੋਂ ਥੋਤੀ ਹੁੰਦੀ ਹੈ। ਕਿਉਂਕਿ ਅੱਜ ਕੱਲ੍ਹ ਜਿਹੜੀਆਂ ਇੱਟਾਂ ਬਣਦੀਆਂ ਨੇ ਉਹ ਮਿੱਟੀ ਸਹੀ ਨਹੀਂ ਵਰਤਦੇ, ਪਤਾ ਨਹੀਂ ਕੀ ਕੁਛ ਵਿੱਚ ਪਾਉਂਦੇ ਨੇ। ਕਈ ਤਾਂ ਵਿੱਚ ਸੁਣਿਆ ਵੀ ਲੂਣ ਆਦਿਕ ਵੀ ਪਾਉਂਦੇ ਨੇ। ਉਹ ਕੰਧ ਹੁੰਦੀਆਂ ਸਾਰੀ ਸ਼ੋਰਾ ਲੱਗ ਜਾਂਦਾ। ਤੋ ਇਸ ਤਰ੍ਹਾਂ ਜਿਸ ਤਰ੍ਹਾਂ ਖੁਰਕ ਪਈ ਹੁੰਦੀ ਹੈ ਝੜਦੀ ਝੜਦੀ, ਉਹ ਪੱਕੀ ਹੋਣ ਦੇ ਬਾਵਜੂਦ ਵੀ ਰੇਤ ਦੀ ਤਰ੍ਹਾਂ ਮਿੱਟੀ ਦੀ ਤਰ੍ਹਾਂ ਝਾੜੀ ਜਾਂਦੀ ਹੈ। ਇਸੇ ਪ੍ਰਕਾਰ ਪਦਾਰਥਾਂ ਦੀ ਪ੍ਰਾਪਤੀ ਤੇ ਵਿਨਾਸ਼ ਤੋਂ ਲੱਗੀ ਦੁਬਿਧਾ ਦੀ ਰੋਗ ਨਾਲ ਗ੍ਰਸੇ ਜਾਣਾ, ਅੰਦਰੋਂ ਥੋਥਾ ਹੋਣਾ ਹੈ। ਬਾਹਰੋਂ ਤਾਂ ਬੰਦਾ ਚੰਗਾ ਭਲਾ ਦਿਖਦਾ ਕਿ ਸਿੰਘ ਸਾਹਿਬ ਹੈ, ਗਿਆਨੀ ਜੀ ਹੈ, ਪੰਡਤ ਜੀ ਹੈ, ਸੰਤ ਜੀ ਹੈ। ਲੋਕ ਤਾਂ ਬਾਬਾ ਜੀ ਕਹਿੰਦੇ ਨੇ, ਪਰ ਬਾਬਾ ਅੰਦਰੋਂ ਅੰਦਰ ਖਾਧਾ ਪਿਆ ਹੈ। ਕਿਹਦੇ ਨਾਲ? ਦੁਬਿਧਾ ਦੇ ਰੋਗ ਨਾਲ, ਹਉਮੈ ਦੇ ਰੋਗ ਦੇ ਨਾਲ ਅੰਦਰੋਂ ਖਾਲੀ ਹੋਇਆ ਪਿਆ ਹੈ। ਮਤਲਬ ਨਾਮ ਦਾ ਵਾਸਾ ਨਹੀਂ ਹੈ। ਦੁਨੀਆ ਦੇ ਨਾਲੋਂ ਸੰਤਾਂ ਦੇ ਫਰਕ ਹੋਣਾ ਚਾਹੀਦਾ।
ਵੀ ਦੁਨੀਆ ਦਾ ਪੈਰ ਪੈਰ ਤੇ ਝੂਠ ਬੋਲਦੀ ਹੈ, ਕਮ ਸੇ ਕਮ ਸੰਤ ਦਾ ਸੱਚ ਬੋਲੇ, ਸੱਚ ਦਾ ਸਾਥ ਦੇਵੇ। ਪਰ ਅੱਜ ਕੱਲ ਕਾਮਯਾਬ ਬੰਦਾ ਉਹ ਹੈ ਜਿਹੜਾ ਰਾਜਨੀਤਿਕ ਹੈ, ਇਹ ਰਾਜਨੀਤੀ ਝੂਠ ਦਾ ਨਾਮ ਹੈ। ਤੇ ਇਸ ਵਾਸਤੇ ਗ੍ਰਸਤੀ ਨੂੰ ਤਾਂ ਬੜਾ ਲਾਲਚ ਹੋਇਆ, ਕਿਉਂਕਿ ਉਹਨੇ ਆਪਦੇ ਬੱਚੇ ਪਾਲਣੇ ਨੇ, ਮੁੜ ਕੇ ਵਿਆਹੁਣੇ ਨੇ, ਘਰ-ਬਾਰ ਦੇ ਵਿੱਚ ਕਾਰੋਬਾਰ ਸੈੱਟ ਕਰਨੇ ਨੇ। ਤੇ ਸਾਧੂ ਸੰਤ ਨੂੰ ਬੜਾ ਕੀ ਮੁਸ਼ਕਲ ਪਈ ਹੋਈ ਵੀ ਉਹ ਗਰਾਈਆਂ ਕਰ ਕਰਕੇ ਪੈਸੇ ਇਕੱਠੇ ਕਰੀ ਜਾਏ, ਡੇਰੇ ਬਣਾਈ ਜਾਏ, ਚੇਲੇ ਚੇਲੀਆਂ ਦੇ ਮੋਹ ਦੇ ਵਿੱਚ ਸੋ ਆਪ ਦਾ ਵਾਧਾ ਕਰੀ ਜਾਏ। ਸੰਤ ਤਾਂ ਕਮ ਸੇ ਕਮ ਨਿਸ਼ਕਾਮੀ ਹੋਣਾ ਚਾਹੀਦਾ। ਜੇ ਲੋਕਾਂ ਨੇ ਪੈਸੇ ਦਿੱਤੇ ਨੇ, ਉਹਦਾ ਕੋਈ ਲੰਗਰ ਲਾਏ ਕਿਸੇ ਧੀ ਭੈਣ ਦੀ, ਸੋ ਉਹਨੂੰ ਸਪਾਂਸਰ ਕਰਕੇ ਉਹਦੀ ਵਿਦਿਆ ਨੂੰ, ਉਹਦੀ ਪੜ੍ਹਾਈ ਨੂੰ ਤੇ ਪ੍ਰਮੋਟ ਕਰੇ, ਉਹਦੀ ਵਿਆਹ ਸ਼ਾਦੀ ਵਿੱਚ ਹਿੱਸਾ ਪਾਏ। ਤੇ ਜੇ ਸੰਤ ਹੋ ਕੇ ਵੀ ਪੈਲੀਆਂ ਖਰੀਦਦਾ ਰਿਹਾ, ਡੇਰਿਆਂ ਨੂੰ ਵਧਾਉਂਦਾ ਰਿਹਾ, ਫਿਰ ਤਾਂ ਆਮ ਬੰਦੇ ਨੂੰ ਕੋਈ ਫਰਕ ਨਾ ਹੋਇਆ। ਤੇ ਇਸ ਲਈ ਗ੍ਰਸਤੀ ਬੰਦਾ ਮੈਂ ਵੇਖਿਆ ਵੀ ਪਿਆਰ ਵਾਲਾ ਤੇ ਸੇਵਾ ਵਾਲਾ ਤੇ ਚੰਗੇ ਸੁਭਾਅ ਵਾਲਾ ਹੁੰਦਾ ਹੈ। ਜਿਹੜੇ ਧਾਰਮਿਕ ਬੰਦੇ ਨੇ ਉਹ ਕ੍ਰੋਧ ਦੇ ਨਾਲ, ਹੰਕਾਰ ਨਾਲ ਅੰਦਰੋਂ ਅੰਦਰ ਖਾਦੇ ਪਏ ਹਨ। ਕਲਰੀ ਕੰਧ ਦੀ ਤਰ੍ਹਾਂ ਉੱਪਰੋਂ ਤਾਂ ਸਹੀ ਪਰ ਅੰਦਰੋਂ ਖਤਮ ਹੋਏ ਪਏ ਹਨ। ਬਿਨ ਨਾਵੈ ਕਿਉ ਛੋਟੀਐ, ਨਾ ਤਾਂ ਨਾਮ ਜਪਦੇ ਨੇ, ਨਾ ਸਤ ਕਮਾਉਂਦੇ ਨੇ, ਨਾ ਸੰਤੋਖੀ ਹਨ, ਤੇ ਨਾ ਦਇਆ ਹੈ ਉਹਨਾਂ ਦੇ ਮਨ ਵਿੱਚ, ਨਾ ਵਿਚਾਰ ਹੈ, ਨਾ ਧਰਮ ਹੈ। ਤੁਸੀਂ ਦੱਸੋ ਕਿ ਗ੍ਰਸਤੀ ਬੰਦਾ ਤਾਂ ਬਹਾਨਾ ਲਾਏ ਕਿ ਮੈਂ ਦਿਹਾੜੀ ਕਰਨੀ ਹੈ, ਬੱਚਿਆਂ ਦੀ ਪਾਲਣਾ ਪੋਸਣਾ ਕਰਨੀ ਹੈ, ਤੇ ਸਾਧੂ ਸੰਤ ਹੋ ਕੇ ਵੀ ਨਾਮ ਨਹੀਂ ਜਪਦਾ, ਬੋਰੀਆਂ ਫੜ ਕੇ ਗੱਡੀਆਂ ਲੈ ਕੇ ਤੁਰਿਆ ਫਿਰਦਾ ਹੈ। ਗ੍ਰਾਈ ਕਰਨ ਵਾਸਤੇ ਕਿਤਾਬਾਂ ਛਪਾਈਆਂ ਹੋਈਆਂ ਨੇ, ਅੱਜ ਕੱਲ੍ਹ ਮਸ਼ੀਨਾਂ ਹੀ ਰੱਖੀਆਂ ਹੋਈਆਂ ਲੋਕਾਂ ਨੇ, ਤੋ ਕੈਸ਼ ਮਨੀ ਦੇ ਦਿਓ। ਤੋ ਇਸ ਤਰੀਕੇ ਦੇ ਨਾਲ ਨਾਮ ਜਪਣਾ ਕੋਈ ਨਹੀਂ, ਹੋਰਨਾਂ ਕੰਮਾਂ ਦੇ ਵਿੱਚ ਇੱਧਰ ਉੱਧਰ ਭਟਕਦੇ ਰਹਿਣਾ। ਜੇ ਪਰਮੇਸ਼ਰ ਦੇ ਨਾਮ ਨੂੰ ਹੀ ਨਹੀਂ ਜਪਿਆ ਤਾਂ ਮਿਹਨ ਨਾਮ ਹੈ ਕਿਉਂ ਛੋਟੀ ਹੈ। ਨਾਮ ਤੋਂ ਬਿਨਾਂ ਪਰਲੋਕ ਵਿੱਚ ਜਾ ਕੇ ਕਿਸ ਪ੍ਰਕਾਰ ਛੁਟਕਾਰਾ ਹੋ ਸਕਦਾ, ਭਾਵ ਨਹੀਂ ਜੇ ਹੋ ਸਕਦਾ। ਜਾਈ ਰਸਾਤਲ ਅੰਤ, ਨਾਮ ਤੋਂ ਵਿਹੀਣ ਜਿਹੜੇ ਪੁਰਖ ਨੇ ਉਹ ਅੰਤ ਨੂੰ ਨਰਕਾਂ ਦੇ ਵਿੱਚ ਜਾਂਦੇ ਹਨ। ਰਸਾਤਲ ਧਰਤੀ ਦੇ ਥੱਲੇ ਹੀ ਥੱਲੇ ਨੂੰ ਤੁਰੇ ਜਾਂਦੇ, ਭਾਵ ਮੰਦ ਕਰਮ ਕਰਕੇ ਨੀਵੇਂ ਤੋਂ ਨੀਵੇਂ ਨਰਕ ਵੱਲ ਜਾਂਦੇ ਹਨ। ਗਣਤ ਗਣਾਵੈ ਅੱਖਰੀ, ਜੀਵ ਵਿਆਕਰਨ ਆਦਿਕ ਅੱਖਰਾਂ ਦੀ ਗਿਣਤੀ ਗਿਣਾਉਂਦੇ ਰਹਿੰਦੇ ਹਨ ਕਿ ਮੈਨੂੰ ਸ਼ਬਦਾਂ ਦੀ ਸ਼ੁੱਧੀ ਅਸ਼ੁੱਧੀ ਦਾ ਗਿਆਨ ਹੈ, ਜਾਂ ਮੈਂ ਇਤਨੇ ਵੇਦ ਸ਼ਾਸਤਰ ਪੜ੍ਹਿਆ ਹੋਇਆ ਹੈ। ਅਗਣਤ ਸਾਚਾ ਸੋਇ, ਪਰ ਉਹ ਸੱਚਾ ਪਰਮੇਸ਼ਰ ਗਿਣਤੀ ਤੋਂ ਰਹਿਤ ਹੈ। ਅਗਿਆਨੀ ਮਤਹੀਣ ਹੈ, ਬੇਸਮਝ ਪੁਰਖ ਦੀ ਜਿਹੜੀ ਮਤ ਬੁੱਧੀ ਹੁੰਦੀ ਹੈ ਉਹ ਵਿਵੇਕ ਗਿਆਨ ਤੋਂ ਰਹਿਤ ਹੁੰਦੀ ਹੈ। ਇਸੇ ਤਰ੍ਹਾਂ ਅਗਿਆਨੀ ਮਤਹੀਣ ਹੈ, ਅਗਿਆਨੀ ਜੀਵ ਸ਼ੁਭ ਮਤੀ ਤੋਂ ਰਹਿਤ ਹੁੰਦਾ ਹੈ। ਗੁਰ ਬਿਨ ਗਿਆਨ ਨ ਹੋਇ, ਕਿਉਂਕਿ ਉਹ ਸਮਝਦਾ ਨਹੀਂ ਕਿ ਗੁਰਾਂ ਤੋਂ ਬਿਨਾਂ ਗਿਆਨ ਨਹੀਂ ਹੁੰਦਾ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦ ਵੇਦ ਵਿਆਸੈ ਕੋਏ। ਗੁਰ ਕਿਰਪਾ ਤੋਂ ਬਿਨਾਂ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਜੇ ਹੁੰਦੀ। ਟੂਟੀ ਤੰਤਰ ਬਾਬ ਕੀ, ਜਦ ਰਬਾਬ ਦੀ ਤਾਰ ਹੀ ਟੁੱਟ ਜਾਵੇ, ਵਾਜੈ ਨਹੀਂ ਵਿਜੋਗ, ਤਾਂ ਰਬਾਬ ਦੇ ਵਿੱਚੋਂ ਆਵਾਜ਼ ਨਿਕਲਦਾ ਵਿਜੋਗ ਹੋਣੇ ਕਰਕੇ ਉਹ ਵੱਜਦਾ ਨਹੀਂ ਹੈ।
ਤਦ ਰਬਾਬ ਤੰਤ ਦੇ ਵਿਯੋਗ ਹੋਣ ਜਾਣ ਕਰਕੇ ਗੁੱਸੇ ਹੋ ਜਾਂਦਾ, ਰੁੱਸ ਜਾਂਦਾ, ਵੱਜਦਾ ਹੀ ਨਹੀਂ ਹੈ। ਤਾਰ ਤੁੰਗ ਬਗੈਰ ਉਹ ਕੀ ਵੱਜੇਗਾ। ਵਿਛੜਿਆ ਮਿਲੈ ਪ੍ਰਭੂ। ਜਦ ਰਬਾਬ ਨੂੰ ਵਜਾਉਣ ਵਾਲਾ ਜਿਹੜਾ ਮਾਲਕ ਵਿਛੜੀ ਹੋਈ ਤਾਰ ਨੂੰ ਮੇਲਦਾ ਹੈ, ਨਾਨਕ ਕਰ ਸੰਜੋਗ। ਤਾਂ ਹੀ ਮਹਾਰਾਜ ਕਹਿੰਦੇ ਰਬਾਬ ਵਜਣੇ ਦੇ ਸੰਜੋਗ ਨੂੰ ਕਰਦਾ, ਭਾਵ ਰਬਾਬ ਵੱਜਦਾ ਹੈ। ਇਸੇ ਪ੍ਰਕਾਰ ਟੂਟੀ ਤੰਤਰ ਰਬਾਬ ਕੀ। ਜਿਸ ਵੇਲੇ ਸਰੀਰ ਰੂਪ ਰਬਾਬ ਦੀ ਪਾਣ ਅਪਾਣ ਵਾਯੂ ਰੂਪ ਜਾਂ ਪ੍ਰਾਣਾ ਰੂਪ ਤੰਦ ਟੁੱਟ ਜਾਂਦੀ ਹੈ, ਵਾਜੈ ਨਹੀਂ ਵਿਜੋਗ। ਉਸ ਵੇਲੇ ਸਰੀਰ ਰੂਪੀ ਰਬਾਬ ਦੇ ਵਿੱਚੋਂ ਕੋਈ ਵੀ ਆਵਾਜ਼ ਨਾ ਨਿਕਲਣੇ ਕਰਕੇ ਸੂਖਮ ਦੇ ਸਥੂਲ ਸਰੀਰ ਦਾ ਵਿਯੋਗ ਹੋ ਜਾਂਦਾ ਹੈ। ਵਿਛੜਿਆ ਮਿਲੈ ਪ੍ਰਭੂ। ਇੱਕ ਪਰਮੇਸ਼ਰ ਹੀ ਸਮਰੱਥ ਹੈ ਜੋ ਸੰਜੋਗ ਕਰਕੇ ਵਿਛੜੇ ਹੋਏ ਪ੍ਰਾਣਾਂ ਨੂੰ ਮੇਲ ਸਕਦਾ ਹੈ। ਨਾਨਕ ਕਰ ਸੰਜੋਗ। ਭਾਵ ਪ੍ਰਾਣਾਂ ਦਾ ਸੰਜੋਗ ਕਰਕੇ ਫਿਰ ਉਸ ਦੀ ਪ੍ਰਾਲਬਧ ਬਣਾ ਕੇ ਮਹਾਰਾਜ ਕਹਿੰਦੇ ਵਿਛੜਿਆ ਸਰੀਰਾਂ ਨੂੰ ਉਹ ਫਿਰ ਮੇਲ ਸਕਦਾ ਹੈ। ਸੋ ਇਸੇ ਪ੍ਰਕਾਰ ਟੂਟੀ ਤੰਤਰ ਰਬਾਬ ਕੀ। ਜਦ ਮਨ ਰੂਪੀ ਰਬਾਬ ਦੀ ਵਾਸ਼ਨਾ ਰੂਪੀ ਤਾਰ ਟੁੱਟ ਜਾਵੇ, ਵਾਜੈ ਨਹੀਂ ਵਿਜੋਗ। ਤਦ ਮਨ ਮੈਂ ਤੇ ਤੂੰ ਦੀਆਂ ਆਵਾਜ਼ਾਂ ਨਹੀਂ ਕੱਢਦਾ, ਕਿਉਂਕਿ ਮਨ ਦਾ ਮੈਂ ਤੇ ਤੂੰ ਵੱਲੋਂ ਵਿਜੋਗ ਹੋ ਗਿਆ ਹੈ। ਛੜਿਆ ਮਿਲੈ ਪ੍ਰਭੂ। ਸੋ ਇਉਂ ਜੋ ਮੈਂ ਤੇ ਤੂੰ ਵੱਲੋਂ ਵਿਛੜ ਗਏ ਨੇ, ਉਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਦਾ ਸੰਜੋਗ ਕਰਕੇ ਨਾਨਕ ਕਰ ਸੰਜੋਗ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਸਤਿਗੁਰੂ ਦਾ ਸੰਜੋਗ ਕਰਕੇ ਪਰਮੇਸ਼ਰ ਆਪਣੇ ਨਾਲ ਮੇਲ ਲੈਂਦਾ ਹੈ। ਕਿਉਂਕਿ ਮਹਲਾ ਪੰਜਵਾ ਸਤਿਗੁਰੂ ਜੀ ਨੇ ਅਵਤਾਰ ਧਾਰਿਆ ਹੀ ਵਿਛੜਿਆਂ ਨੂੰ ਮਿਲਣ ਲਈ ਆ। ਕਲਗੀਧਰ ਜੀ ਨੇ ਆਪਣੇ ਆਉਣ ਦਾ ਕਾਰਨ ਦੱਸਿਆ। ਕਹਿੰਦੇ ਨੇ ਧਰਮ ਚਲਾਵਣ। ਧਰਮ ਕੀ ਚਲਾਇਆ? ਪਹਿਲਾਂ ਧਰਮ ਨਹੀਂ ਸੀ ਹੈ, ਧਰਮ ਸੀਗਾ। ਗੁਰੂ ਜੀ ਨੇ ਕੀ ਨਵਾਂ ਧਰਮ ਚਲਾਇਆ? ਉਹਨਾਂ ਨੇ ਖਾਲਸਾ ਧਰਮ ਸਾਜਿਆ। ਸਿੱਖ ਧਰਮ ਦੇ ਵਿੱਚੋਂ ਪਰਪੱਕਤਾ, ਭਰੋਸਾ, ਵਿਸ਼ਵਾਸ ਤੇ ਦੂਰੋਂ ਹੀ ਦਿਖੇ ਕਿ ਗੁਰੂ ਦਾ ਸਿੱਖ ਹੈ, ਮੋਹਰ ਲਾਈ, ਪੱਕਾ ਕੀਤਾ, ਉਹਨੂੰ ਖਾਲਸਾ ਨਾਮ ਦਿੱਤਾ। ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ। ਅੰਮ੍ਰਿਤ ਛਕਾ ਕੇ ਪੰਜਾਂ ਕਾਰਾਂ ਦੀ ਰਹਿਤ ਦੇ ਕੇ ਤੇ ਖਾਲਸਾ ਧਰਮ ਦੀ ਸਿਰਜਣਾ ਕੀਤੀ। ਇਉਂ ਗੁਰੂ ਮਹਾਰਾਜ ਜੀ ਨੇ ਧਰਮ ਚਲਾਵਣ ਤੇ ਸੰਤ ਉਬਾਰਨ, ਧਰਮ ਨੂੰ ਚਲਾਉਣ ਲਈ, ਸੰਤਾਂ ਨੂੰ ਬਚਾਉਣ ਵਾਸਤੇ ਮਹਾਰਾਜ ਕਹਿੰਦੇ ਨੇ ਧਰਮ ਚਲਾਵਣ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਸਮੂਹ ਦੁਸ਼ਟਾਂ ਨੂੰ ਮੁੱਢੋਂ ਪੁੱਟਣ ਵਾਸਤੇ ਹੀ ਪਾਸ਼ਾ ਕਹਿੰਦੇ ਯਾਹੀ ਕਾਜ ਧਰਾ ਹਮ ਜਨਮ ਸਮਝ ਲਿਓ ਸਾਧੂ ਸਭ ਮਨਮ। ਇਸੇ ਕਾਰਜ ਵਾਸਤੇ ਹੀ ਆਪਾਂ ਨੇ ਜਨਮ ਧਾਰਿਆ, ਅਵਤਾਰ ਧਾਰਿਆ ਹੈ। ਅਵਤਾਰ ਰੱਖਿਆ ਤੀ ਅਵਤਾਰਾ। ਅਵਤਾਰ ਉਹ ਹੈ ਜੋ ਕਿਸੇ ਵਿਪਤਾ ਤੋਂ ਦੁਨੀਆ ਦੀ ਰੱਖਿਆ ਕਰੇ। ਤੋ ਗੁਰੂ ਮਹਾਰਾਜ ਨੇ ਵਿਪਤਾ 'ਚ ਪਈ ਹੋਈ ਦੁਨੀਆ, ਜੋ ਮੁਸਲਮਾਨ ਤੰਗ ਪਰੇਸ਼ਾਨ ਕਰ ਰਹੇ ਸਨ, ਉਹਨਾਂ ਦੀ ਰੱਖਿਆ ਕੀਤੀ। ਮਹਾਨ ਯੁੱਧ ਕਰਕੇ ਜ਼ੁਲਮੀ ਰਾਜ ਦੀ ਜੜ ਪੁੱਟੀ ਤੇ ਧਰਮ ਦੀ ਪ੍ਰਵਿਰਤੀ ਕੀਤੀ। ਇਸ ਲਈ ਸਤਿਗੁਰੂ ਮਹਾਰਾਜ ਆਏ ਹੋਈ ਵਿਛੜਿਆਂ ਨੂੰ ਮਿਲਣ ਵਾਸਤੇ ਹਨ। ਵਿਛੜੀਆਂ ਰੂਹਾਂ ਨੂੰ ਅੰਮ੍ਰਿਤ ਛਕਾ ਕੇ, ਰਹਿਤ ਦੇ ਕੇ, ਬਾਣੀ ਦਾ ਨਿਤਨੇਮ ਬਖਸ਼ ਕੇ ਪ੍ਰਭੂ ਦੇ ਨਾਲ ਮਿਲਣ ਦਾ ਪਰਉਪਕਾਰ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੀ ਪਰਉਪਕਾਰ ਚੱਲਦਾ ਹੈ। ਪਹਿਲਾਂ ਚਰਨ ਪੌਲ ਸੀਗੀ, ਉਹਨੂੰ ਖੰਡੇ ਦੀ ਪੌਲ ਵਿੱਚ ਤਬਦੀਲ ਕਰਕੇ ਮੋਹਰ ਲਾ ਦਿੱਤੀ। ਤੋ
ਇਸ ਲਈ ਰਾਮਕਲੀ ਦੀ ਵਾਰ ਵਿੱਚ ਪਾਤਸ਼ਾਹ ਦਾ ਬਚਨ ਹੈ, ਮਹੱਲਾ ਪੰਜਵਾ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਨੀਠ, ਵਿਛੜਿਆ ਮਿਲੇ ਪ੍ਰਭੂ ਹਰ ਦਰਗੇ ਕਾ ਮਸੀਠ। ਹਰ ਨਾਮੋ ਮੰਤਰ ਦ੍ਰਿੜਾਈਂਦਾ ਕਟੇ ਹੋਮੈ ਰੋਗ, ਨਾਨਕ ਸਤਿਗੁਰ ਤਿਨ ਮਿਲਾਇਆ ਜਿਨ ਧੁਰੇ ਹੋਇਆ ਸੰਜੋਗ। ਮਹਾਰਾਜ ਉਹਨਾਂ ਨੂੰ ਸੰਜੋਗ ਕਰਕੇ, ਨਾਮ ਦੇ ਕੇ, ਅੰਮ੍ਰਿਤ ਦੀ ਦਾਤ ਦੇ ਕੇ ਪਰਮੇਸ਼ਰ ਨਾਲ ਮਿਲ ਲੈਂਦੇ, ਜਾਂ ਪਰਮੇਸ਼ਰ ਸਤਿਗੁਰੂ ਦਾ ਸੰਜੋਗ ਕਰਕੇ ਆਪ ਆਪਣੇ ਨਾਲ ਮਿਲ ਲੈਂਦਾ ਹੈ। ਇਸੇ ਪ੍ਰਕਾਰ ਟੂਟੀ ਤੰਤਰ ਬਾਬ ਕੀ, ਜਦ ਅੰਤੇ ਕਨੁ ਪ੍ਰਭਾਵ ਦੀ ਮਿਰਤੀ ਰੂਪ ਤਾਰ ਟੁੱਟ ਜਾਏ, ਵਾਜੈ ਨਹੀਂ ਵਿਜੋਗ। ਤਦ ਉਹ ਬਿਰਤੀ ਦੇ ਵਿਜੋਗ ਕਰਕੇ ਅੰਤਿਕਰਨ ਰੂਪੀ ਰਬਾਬ ਵੱਜਦਾ ਨਹੀਂ, ਭਾਵ ਨਾਮ ਨਹੀਂ ਵਿਚਾਰਦਾ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਵਾਜੋ, ਕਿਆ ਕਰੇ ਵਿਚਾਰੀਆ। ਇਹ ਵਿਚਾਰੀ ਦੇਹ ਕੀ ਕਰ ਸਕਦੀ ਹੈ ਸੱਚੀ ਲਿਵ ਤੋਂ ਬਿਨਾ? ਆਪਾਂ ਨੂੰ ਦੁੱਖ ਭਲਾ ਕਿਉਂ ਲੱਗਦਾ ਦੱਸੋ? ਸਾਡਾ ਮਨ ਨਹੀਂ ਟਿਕਦਾ। ਹੁਣ ਮੈਂ ਗੁਰਦੁਆਰੇ ਆਇਆ, ਮੇਰਾ ਜੀ ਕਰਦਾ ਵੀ ਪੋਥੀ ਸੰਤੋਖ ਕੇ ਨਾ ਬਖਸ਼ੇ 'ਚ ਰੱਖ ਕੇ ਤੇ ਅਰਦਾਸ ਵੀ ਨਾ ਕਰਾਂ, ਹੁਕਮਨਾਮਾ ਵੀ ਨਾ ਭੱਜ ਜਾਵਾਂ। ਬਸ ਭੱਜ ਕੇ ਜਿੱਥੇ ਵੀ ਪਹੁੰਚੂਗਾ ਉੱਥੋਂ ਫੇਰ ਜੀ ਕਰੂਗਾ ਵੀ ਇੱਥੇ ਵੀ ਰੁਮਾਲਾ ਪਾਓ, ਸ਼ੀਸ਼ੇ ਦੀ ਇੱਥੋਂ ਵੀ ਭੱਜੋ। ਘਰੋਂ ਕਾਲਾ ਪਈਦਾ ਹੈ ਵੀ ਟਾਈਮ ਉੱਪਰ ਨਾ ਹੋ ਜਾਏ, ਭੱਜ ਕੇ ਗੁਰਦੁਆਰੇ ਜਾਈਏ। ਇੱਥੇ ਆ ਕੇ ਫੇਰ ਭੱਜਣ ਨੂੰ ਮਨ ਤਿਆਰ ਹੈ, ਜਿੱਥੇ ਜਾਊਗਾ ਉੱਥੇ ਫਿਰ ਭੱਜੂਗਾ। ਮਤਲਬ ਸਾਰੀ ਦਿਹਾੜੀ ਇਨਸਾਨ ਭੱਜ ਦੌੜ ਦੇ ਵਿੱਚ ਹੀ ਗੁਜ਼ਾਰਦਾ। ਕਿਤੇ ਸ਼ਾਂਤੀ ਨਹੀਂ ਹੈ ਵੀ ਬੰਦਾ ਕਿਤੇ ਟਿਕੇ ਬੈਠ ਜਾਏ, ਕਿਤੇ ਮਨ ਨੂੰ ਸ਼ਾਂਤੀ ਆਏ, ਕਿਤੇ ਸ਼ਾਂਤੀ ਨਹੀਂ। ਇੱਥੋਂ ਜਾਓਗੇ ਘਰ ਭੱਜ ਕੇ, ਘਰੋਂ ਫੇਰ ਭੱਜੋਗੇ, ਜਿੱਥੇ ਜਾਓਗੇ ਫਿਰ ਅੱਗੇ ਭੱਜੋਗੇ। ਨਹੀਂ ਜੇ ਟਿਕਾ ਮਨ ਨੂੰ, ਨਹੀਂ ਜੇ ਦਿਲ ਲੱਗਦਾ। ਮੈਂ ਤਾਂ ਸਭ ਦੁਨੀਆ ਵੇਖੀ ਹੈ। ਇੱਥੋਂ ਜਾਈਦਾ ਸੀ ਭੱਜੇ ਭੱਜੇ, ਲੱਖ ਰੁਪਈਆ ਅੱਜ ਕੱਲ੍ਹ ਲੱਗਦਾ ਟਿਕਟ। ਭਾਈ ਜਾ ਜੀ ਚੜ੍ਹਨਾ ਕਿਹੜਾ ਸੌਖਾ ਪਿਆ। ਇੱਥੋਂ ਭੱਜ ਕੇ ਜਾਣਾ, ਜਾਂਦਿਆਂ ਸਾਰੀ ਸੋਚਣਾ ਵੀ ਓਹੋ ਕਿੱਥੇ ਆ ਗਏ, ਚਲੋ ਇੰਡੀਆ। ਉਧਰੋਂ ਮਨ ਫਿਰ ਇੱਧਰ ਨੂੰ ਮੁੜ ਜਾਣਾ। ਜਿੰਨਾ ਚਿਰ ਵੀ ਬੰਦਾ ਰਹਿੰਦਾ ਮਨ ਇੱਥੇ ਹੀ ਰਹਿੰਦਾ, ਇੱਥੇ ਆ ਕੇ ਫਿਰ ਪਰਾਂ ਨੂੰ ਨਹੀਂ ਜੇ ਟਿਕਾ। ਮਨ ਦੁਖੀ ਹੈ, ਭਟਕਣਾ ਦੇ ਵਿੱਚ ਹੈ। ਸ਼ਾਂਤੀ ਤਾਂ ਇਹ ਜੇ ਘੜੀ ਘੰਟਾ ਚੌਂਕੜਾ ਮਾਰੇ, ਭਾਵੇਂ ਘਰ ਦੇ ਵਿੱਚ ਹੀ ਮਾਰ ਲਏ। ਗੁਰੂ ਘਰ ਇਸ ਲਈ ਬਣਾਏ ਗਏ ਨੇ ਕਿਉਂਕਿ ਇੱਥੇ ਮਹਾਰਾਜ ਦਾ ਪ੍ਰਕਾਸ਼ ਹੈ, ਚੰਗੇ ਇਨਸਾਨਾਂ ਦੇ ਦਰਸ਼ਨ ਹੁੰਦੇ ਨੇ, ਸਭ ਚੰਗੀਆਂ ਰੂਹਾਂ ਆਉਂਦੀਆਂ ਨੇ। ਕਥਾ ਕੀਰਤਨ ਹੋਣ ਕਰਕੇ ਮਨ ਇਹਦੀ ਆਸਰਾ ਲੈ ਕੇ ਕਥਾ ਕੀਰਤਨ ਦਾ, ਜਿਵੇਂ ਥੰਮੇ ਤੋਂ ਬਗੈਰ ਛੱਤ ਨਹੀਂ ਡਿੱਗ ਸਕਦੀ, ਕਿਉਂ ਗੁਰਦੁਆਰੇ ਸ਼ਬਦ ਚੱਲਦਾ ਹੁੰਦਾ। ਜਿਉ ਮੰਦਰ ਕੋ ਥੰਮੈ ਥੰਮਣ, ਤਿਉ ਗੁਰ ਕਾ ਸ਼ਬਦ ਬਣੇ ਅਸਥੰਮਣ। ਜਿਵੇਂ ਮੰਦਰ ਨੂੰ ਥੰਮਾ ਟਿਕਾ ਕੇ ਰੱਖਦਾ, ਥੰਮਿਆਂ ਤੋਂ ਬਗੈਰ ਛੱਤ ਦਾ ਟਿਕਾਓ ਔਖਾ ਹੈ। ਇਸ ਤਰ੍ਹਾਂ ਮਨ ਨੂੰ ਟਿਕਾਉਣ ਲਈ ਆਪਾਂ ਗੁਰਦੁਆਰੇ ਤਾਂ ਆਉਂਦੇ ਹਾਂ ਕਿ ਸ਼ਬਦ ਦੇ ਵਿੱਚ ਚਿੱਤ ਜੋੜੀਏ। ਚਿੱਤ ਇੱਥੇ ਵੀ ਨਹੀਂ ਜੁੜਦਾ, ਫਿਰ ਭੱਜੀਦਾ ਹੈ। ਜੇ ਚਿੱਤ ਜੁੜ ਜਾਏ ਫਿਰ ਗੱਲ ਖਤਮ ਹੋ ਗਈ, ਸਮਝ ਲਓ। ਇਹ ਜਿਹੜੀ ਦੇਹ ਹੈ ਸਾਰੀ ਉਮਰ ਇਸ ਤਰ੍ਹਾਂ ਹੀ ਨਿਮਾਣੀ ਰਹਿੰਦੀ ਹੈ। ਸੋ ਮਹਾਰਾਜ ਕਹਿੰਦੇ ਨੇ ਹਿਰਦੈ ਨਾਮ ਵਸਾਇਓ, ਨਾਮ ਨੂੰ ਹਿਰਦੇ 'ਚ ਵਸਾਓ ਭਾਈ। ਇਹ ਨਹੀਂ ਵੀ ਰੁਮਾਲਾ ਪਾ ਕੇ ਧੂਪ ਦਿਖਾਈ ਜਾਓ, ਪਰਿਕਰਮਾ ਕਰੀ ਜਾਓ, ਪ੍ਰਸ਼ਾਦ ਚੜਾਈ ਜਾਓ। ਇਹਨੂੰ ਮਨ ਵਿੱਚ ਵੀ ਵਸਾਓ। ਬਾਣੀ ਪੜ੍ਹਨ ਲਈ ਦਿੱਤੀ ਹੈ ਮਹਾਰਾਜ ਨੇ। ਸਤਿਕਾਰ ਤਾਂ ਬਣਦਾ ਹੀ ਹੈ, ਜਿੰਨਾ ਵੀ ਕਰੀ ਓਨਾ ਥੋੜਾ ਹੈ। ਪਰ ਜੇ ਆਪਾਂ ਆਖੀਏ ਵੀ ਨਿਰਾ ਸੋ ਪੂਜਾ ਕਰਨ ਦੇ ਨਾਲ ਹੀ, ਰੁਮਾਲੇ ਦੀ ਚੜਾਓ ਨਾਲ ਹੀ, ਜਾਂ ਧੂਪ ਦਿਖਾਉਣ ਨਾਲ ਹੀ, ਇਸ ਤਰ੍ਹਾਂ ਤਾਂ ਗੱਲ ਬਣਨੀ ਕੋਈ ਨਹੀਂ ਜੇ ਮਨ ਨੂੰ ਨਹੀਂ ਮੋੜਿਆ। ਪੂਜਾ ਕੀ ਹੈ ਅਸਲ 'ਚ? ਗੁਰੂ ਜੀ ਦਾ ਕੀ ਸਤਿਕਾਰ ਹੈ? ਮੈਂ ਤਾਂ ਹਮੇਸ਼ਾ ਇਹੀ ਸਲਾਹ ਦਿੰਦਾ
ਜੇ ਕੋਈ ਆਖੇ ਕਿ ਘਰ ਮਹਾਰਾਜ ਦਾ ਪ੍ਰਕਾਸ਼ ਕਰਨਾ ਹੈ ਜਾਂ ਪ੍ਰਕਾਸ਼ ਹੈ, ਕਿਵੇਂ ਸਤਿਕਾਰ ਕਰਨਾ, ਉਹਨੂੰ ਸਭ ਤੋਂ ਪਹਿਲੀ ਇਹੀ ਬੇਨਤੀ ਕਰੀ ਦੀ ਹੱਥ ਜੋੜ ਕੇ, ਇੱਕ ਸਹਿਜ ਪਾਠ ਪ੍ਰਾਰੰਭ ਕਰੋ ਸੰਗਰਾਂਦ ਵਾਲੇ ਦਿਨ। ਜੇ ਮਹੀਨੇ ਬਾਅਦ ਬੋਲ ਪੈਂਦਾ ਤੇ ਮਹੀਨੇ ਬਾਅਦ ਪਾਓ, ਨਹੀਂ ਤਾਂ 2 ਮਹੀਨਿਆਂ ਬਾਅਦ ਪਾਓ, ਨਹੀਂ ਤਾਂ ਸਾਲ 6 ਮਹੀਨੇ 'ਚ ਤਾਂ ਪਾ ਹੀ ਦੇਣਾ ਚਾਹੀਦਾ। ਮਤਲਬ ਗੁਰੂ ਜੀ ਦਾ ਇਹ ਸਤਿਕਾਰ ਹੈ ਕਿ ਜੇ ਗੁਰੂ ਸਾਹਿਬ ਤੁਸੀਂ ਘਰ ਰੱਖੇ ਨੇ ਤਾਂ ਉਹਨਾਂ ਨੂੰ ਪੜ੍ਹੋ ਵੀ। ਕੁਟਕੀਆਂ ਦੇ ਪੋਥੀਆਂ ਦੇ ਮਿੱਟੀ ਗੁੜ ਪਈ ਹੁੰਦੀ ਹੈ, ਆਪਾਂ ਕਿਤੇ ਫੜ ਕੇ ਪੜ੍ਹਨਾ ਹੀ ਨਹੀਂ, ਫਿਰ ਉਹਨੂੰ ਸਾਫ਼ ਕਿਵੇਂ ਕਰਾਂਗੇ? ਉਹ ਡੇਲੀ ਜੇ ਆਪਾਂ ਪ੍ਰਕਾਸ਼ ਕਰਾਂਗੇ ਤਾਂ ਆਪਣੇ ਆਪ ਹੀ ਸਤਿਕਾਰ ਹੋਏਗਾ। ਪੂਜਾ ਕੀਚੈ ਨਾਮ ਧਿਆਈਐ। ਗੁਟਕੇ ਦਾ, ਪੋਥੀ ਦਾ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਇਹ ਹੈ ਕਿ ਆਪਾਂ ਵਾਹਿਗੁਰੂ ਨਾਮ ਨੂੰ ਧਿਆਈਏ, ਜੋ ਉਹਦੇ 'ਚ ਲਿਖਿਆ ਉਹਨੂੰ ਪੜ੍ਹੀਏ। ਪੂਜਾ ਕੀਚੈ ਨਾਮ ਧਿਆਈਐ, ਮੈਨੂੰ ਨਾਮੇ ਪੂਜਨਾ ਹੋਏ। ਸੋ ਬਿਰਤੀ ਦਾ ਜਿੰਨਾ ਚਿਰ ਟਿਕਾਓ ਨਹੀਂ ਹੈ, ਉਹਨਾਂ ਚਿਰ ਭਟਕਣਾ ਦੇ ਵਿੱਚ ਦੁੱਖ ਹੈ, ਮਨ ਅਸ਼ਾਂਤ ਹੈ। ਟਿਕਾਓ ਦੇ ਵਿੱਚ ਹੀ ਸ਼ਾਂਤੀ ਦੀ ਸੁੱਖ ਹੈ। ਸੋ ਪਾਸ਼ਾ ਜੀ ਫਰਮਾਉਂਦੇ ਨੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝੋ, ਕਿਆ ਕਰੇ ਵਿਚਾਰੀਆ, ਤਦ ਬਾਝ ਸਮਰਥ ਕੋਈ ਨਾਹੀ। ਕਿਰਪਾ ਕਰ ਬਨਵਾਰੀਆ, ਇਸ ਨੂੰ ਹੋਰ ਥਾਉ ਨਾਹੀ। ਸ਼ਬਦ ਲਾਗ ਸਵਾਰੀਆ, ਕਹੈ ਨਾਨਕ ਲਿਵੈ ਬਾਝੋ। ਜੇ ਲਿਵ ਨਹੀਂ ਲੱਗੀ ਤਾਂ ਫਿਰ ਸ਼ਾਂਤੀ ਸੁੱਖ ਨਹੀਂ। ਲਿਵ ਤੋਂ ਬਗੈਰ ਕਿਆ ਕਰੇ ਵਿਚਾਰੀਏ, ਵਿਚਾਰੀ ਦੇ ਕੀ ਕਰ ਸਕਦੀ ਹੈ? ਇਹਦੇ ਹੱਥ ਪੱਲੇ ਕੁਛ ਨਹੀਂ ਹੈ। ਵੇਖਣ ਨੂੰ ਚੰਗਾ ਭਲਾ ਪਰ ਪੱਲੇ ਕੁਛ ਨਹੀਂ ਪੈਂਦਾ। ਕਿਉਂ? ਅੰਤःਕਰਨ ਕੋਈ ਰਬਾਬ ਦੀ ਬਿਰਤੀ ਟੁੱਟੀ ਹੋਈ ਹੈ, ਤਾਰ ਹੀ ਟੁੱਟ ਗਈ ਹੈ। ਸੋ ਮਹਾਰਾਜ ਨੇ ਆਖਿਆ, ਤੇਲ ਧਾਰਾ ਵੱਧ ਲਿਵ ਲੱਗੀ ਹੋਣੀ ਚਾਹੀਦੀ ਹੈ। ਜੇ ਲਿਵ ਨਹੀਂ ਲੱਗੀ ਤਾਂ ਫਿਰ ਜ਼ਿੰਦਗੀ ਦਾ ਕੋਈ ਲਾਭ ਨਹੀਂ। ਰਵਿਦਾਸ ਭਗਤ ਜੀ ਦਾ ਫਰਮਾਨ ਹੈ, ਕਹਿੰਦੇ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਸੱਚੇ ਪਾਤਸ਼ਾਹ, ਸੱਚੀ ਪ੍ਰੀਤੀ ਰੂਪੀ ਤਾਰ ਤੇਰੇ ਨਾਲ ਅਸੀਂ ਜੋੜੀ ਹੋਈ ਹੈ। ਰਹਿੰਦੇ ਭਾਵੇਂ ਗੁਰੂ ਪੀਰ ਸੰਤ ਦੁਨੀਆ 'ਚ ਨੇ, ਪਰ ਉਹਨਾਂ ਦੀ ਤਾਰ ਵਾਹਿਗੁਰੂ ਪਰਮਾਤਮਾ ਤੁਰਦਗਾ ਸੱਚਖੰਡ ਨਾਲ ਜੁੜੀ ਹੋਈ ਹੈ। ਉਹ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਬਾਣੀ ਜਿਨ੍ਹਾਂ ਦੀ ਦਰਜ ਹੋਈ ਹੈ, ਉਹ ਸਾਰੇ ਤੁਰ ਨਾਲ ਜੁੜੇ ਹੋਏ ਸਨ। ਤੇਲ ਧਾਰਾ ਵੱਤ ਲਿਵ ਲੱਗੀ ਹੋਈ ਸੀ। ਸੋ ਐਸੀ ਪ੍ਰੀਤ ਕਰੋ ਮਨ ਮੇਰੇ, 8 ਪਹਿਰ ਪ੍ਰਭ ਜਾਨੋ ਨੇਰੇ। ਸੋ ਇਸ ਲਈ 8 ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਮ ਦੇ ਵਿਜੋਗ ਕਰਕੇ ਜਿਹੜਾ ਅੰਤःਕਰਨ ਦੀ ਰਬਾਬ ਹੈ, ਉਹ ਵੱਜਦਾ ਨਹੀਂ, ਖੜਕਦਾ ਨਹੀਂ, ਭਾਵ ਨਾਮ ਨੂੰ ਨਹੀਂ ਉਚਾਰਦਾ। ਇਸ ਲਈ ਮਹਾਰਾਜ ਫਰਮਾਉਂਦੇ ਹਨ, ਵਿਛੜਿਆ ਮਿਲੈ ਪ੍ਰਭੂ ਸਰੂਪ ਇੱਕ ਸਤਿਗੁਰੂ ਜੀ ਸਮਰੱਥ ਨੇ। ਇਹਨਾਂ ਦੇ ਚਰਨਾਂ 'ਚ ਬੇਨਤੀ ਕਰੀਏ, ਨਾਨਕ ਕਰ ਸੰਜੋਗ। ਜੋ ਗੁਰੂ ਸਾਹਿਬ ਕਥਨ ਕਰਦੇ ਨੇ ਕਿ ਨਿਸ਼ਕਾਮ ਕਰਮਾਂ ਦੇ ਸੰਜੋਗ ਕਰਕੇ ਪਿਛੜੀ ਹੋਈ ਬਿਰਤੀ ਨੂੰ ਪ੍ਰਭੂ ਨਾਲ ਮਿਲਦੇ ਨੇ, ਤਾਂ ਫਿਰ ਅੰਤঃਕਰਨ ਰੂਪੀ ਰਬਾਬ ਖੜਕਦਾ ਰਹਿੰਦਾ। ਆਪਣੇ ਆਪ ਵਾਹਿਗੁਰੂ ਵਾਹਿਗੁਰੂ ਦੀ ਧੁਨ ਅਜੱਪਾ ਜਾਪਣਾ ਵਿਸਰੈ, ਆ ਜੁਗਾਦ ਸਮਾਏ। ਸੋ ਅਜੱਪਾ ਜਾ ਵਾਹਿਗੁਰੂ ਵਾਹਿਗੁਰੂ ਵਿਚਾਰਦਾ ਰਹਿੰਦਾ ਹੈ। ਇਸੇ ਪ੍ਰਕਾਰ ਤੰਤਰ ਬਾਬ ਕੀ, ਜਿਨ੍ਹਾਂ ਪੁਰਖਾਂ ਦੀ ਦੀ ਅਧਿਆਸ ਰੂਪ ਰਬਾਬ ਦੀ ਹੰਗਤਾ ਮਮਤਾ ਰੂਪੀ ਤਾਰ ਟੁੱਟ ਗਈ ਹੈ, ਵਾਜੈ ਨਹੀਂ ਵਿਜੋਗ। ਉਹਨਾਂ ਦੇ ਹਿਰਦੇ ਅੰਦਰ ਹੰਗਤਾ ਮਮਤਾ ਦਾ ਵਿਜੋਗ ਹੋ ਗਿਆ। ਇਸ ਕਰਕੇ ਉਹਨਾਂ ਦੇ ਹਿਰਦੇ ਵਿੱਚੋਂ ਹੰਗਤਾ ਮਮਤਾ ਵਾਲੇ ਬੋਲਾਂ ਦੀਆਂ ਆਵਾਜ਼ਾਂ ਨਹੀਂ ਨਿਕਲਦੀਆਂ ਹਨ। ਵਿਛੜਿਆ ਮਿਲੈ ਪ੍ਰਭੂ, ਉਹ ਕਦੀ ਵੀ ਮੈਂ ਨਹੀਂ ਉਚਾਰਦੇ। ਮੈਂ ਬ੍ਰਹਮ ਗਿਆਨੀਆਂ ਦੇ ਦਰਸ਼ਨ ਕੀਤੇ ਨੇ, ਉਹ ਕਦੀ ਵੀ ਨਹੀਂ ਕਹਿੰਦੇ ਮੈਂ ਗੁਰਦੁਆਰੇ ਗਿਆ, ਮੈਂ ਕਥਾ ਕੀਤੀ, ਮੈਂ ਉੱਥੇ ਹਾਜ਼ਰੀ ਭਰੀ। ਉਹਨਾਂ ਦੀ ਬੋਲੀ ਕੁਝ ਅਲੱਗ ਕਿਸਮ ਦੀ ਹੈ। ਉਹ ਹਮੇਸ਼ਾ ਬੋਲਦੇ ਨੇ ਭਈ ਮਹਾਰਾਜ ਨੇ ਕਿਰਪਾ ਕੀਤੀ, ਉੱਥੇ ਲਿਜਾ ਕੇ ਸਾਨੂੰ ਬਿਠਾਇਆ ਤੇ ਸਾਨੂੰ ਵੀ ਨਹੀਂ ਉਚਾਰਦੇ। ਅਜੇ ਵੀ ਮੇਰੀ ਬੋਲੀ ਆਪਣਤ ਦੇ ਵਿੱਚ ਹੈ।
ਤੋ ਇਹ ਗੁਰਮੁਖਾਂ ਦੇ ਦਰਸ਼ਨ ਹੋਏ, ਉਹ ਆਤਮਾ ਹੀ ਕਰਦੇ ਨੇ ਤੇ ਸਰੀਰ ਦਾ ਨਾਂ ਹੀ ਨਹੀਂ ਲੈਂਦੇ। ਆਤਮਾ ਤੋਂ ਹੀ ਗੱਲ ਸ਼ੁਰੂ ਕਰਨੀ ਤੇ ਆਤਮਾ ਦੇ ਉੱਪਰ ਹੀ ਘੁਮਾਈ ਜਾਣੀ, ਮਤਲਬ ਸਰੀਰ ਉੱਪਰ ਧਿਆਨ ਹੀ ਨਹੀਂ ਹੈ। तो इस वास्ते कबीर तू करता तू हुआ, मुझ में रहा ना हूँ, जब आपा प्रकार मिट गया, जत देखो तत तू। ਆਪਾਂ ਛੋਟਾ ਜਿਹਾ ਵੀ ਕੰਮ ਕਰੀਏ ਤਾਂ ਉਹਦੇ ਵਿੱਚ ਮੈਂ ਆ ਜਾਂਦੀ ਹੈ। ਰੱਬ ਦੇ ਪਿਆਰ ਵਾਲੇ ਬੜੇ ਬੜੇ ਪਰਉਪਕਾਰ ਕਰਕੇ ਵੀ ਉਹ ਪਰਮਾਤਮਾ ਦੀ ਡੋਰੀ ਸੁੱਟ ਦਿੰਦੇ। ਇਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੋਇਆ ਹੈ। ਵਿਛੜਿਆ ਮਿਲਾ ਪ੍ਰਭੂ, ਇਉਂ ਜੋ ਗੁਰਾਂ ਦੁਆਰਾ ਸੋ ਨਾਮ ਦੇ ਮਲਾਪੀ ਹੋਏ ਹਨ, ਉਹ ਦੇ ਅਧਿਆਸ ਸੰਗਤਾਂ ਮਮਤਾ ਵੱਲੋਂ ਵਿਛੜੇ ਹੋਏ ਹਨ। ਨਾਨਕ ਕਰ ਸੰਜੋਗ, ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਕਿ ਗੁਰਾਂ ਦਾ ਸੰਜੋਗ ਜੋ ਹੋਇਆ, ਗੁਰਾਂ ਦੇ ਸੰਜੋਗ ਕਰਕੇ ਨਾਮ ਨਾਲ ਮਿਲਾਪ ਹੋ ਗਿਆ। ਫਿਰ ਦੇ ਅਧਿਆਸ ਸੰਗਤਾਂ ਮਮਤਾ ਵੱਲੋਂ ਵਿਛੜ ਗਏ। ਉਹਨਾਂ ਨੂੰ ਪਰਮੇਸ਼ਰ ਗੁਰਾਂ ਦੁਆਰਾ ਤੇ ਆਪਣੇ ਨਾਲ ਮਿਲ ਲੈਂਦਾ ਹੈ। ਇਸੇ ਪ੍ਰਕਾਰ ਟੂਟੀ ਤੰਤਰ ਬਾਬ ਕੀ, ਜਿਨ੍ਹਾਂ ਦੇ ਅੰਦਰੋਂ ਅਵਿਦਿਆ ਰੂਪੀ ਰਬਾਬ ਦੀ ਤਾਰ ਟੁੱਟ ਗਈ ਹੈ। ਤੋਰੀ ਨਾ ਟੁੱਟੈ, ਸ਼ੋਰੀ ਨਾ ਛੁਟੈ, ਐਸੀ ਮਾਧੋ ਖਿੰਚ ਤਨੀ। ਜਿਨ੍ਹਾਂ ਦੀ ਲਿਵ ਤੋੜਿਆਂ ਟੁੱਟਦੀ ਨਹੀਂ ਹੈ, ਇਹੋ ਜਿਹੀ ਖਿੱਚ ਪਈ ਹੋਈ ਹੈ। ਸੋ ਸੱਚੀ ਲਿਵ ਵਾਲੇ ਗੁਰਮੁਖ ਗੁਰਾਂ ਦੁਆਰਾ ਪਰਮੇਸ਼ਰ ਨਾਲ ਮਿਲ ਜਾਂਦੇ ਨੇ। ਜਿਨ੍ਹਾਂ ਦੇ ਅੰਦਰੋਂ ਨਾਮ ਦੀ ਲਿਵ ਵਾਲੇ ਸੋ ਬਚਨ ਬੋਲਣ ਕਰਕੇ ਬਾਣੀ ਦੀ ਕਥਾ ਕੀਰਤਨ ਦੁਆਰਾ ਵਾਹਿਗੁਰੂ ਵਾਹਿਗੁਰੂ ਕਰਦੇ ਆ। ਅਵਿਦਿਆ ਰੂਪੀ ਅਗਿਆਨ ਦੀ ਭੈਣ ਹੈ ਅਵਿਦਿਆ। ਜਿਵੇਂ ਹਨੇਰਾ ਹੈ ਤੇ ਧੁੰਦ ਹੈ, ਇਸ ਤਰ੍ਹਾਂ ਮਤਲਬ ਜਿਹੜਾ ਅਗਿਆਨ ਹੈ ਉਹ ਤਾਂ ਹਨੇਰਾ ਹੈ, ਜਿਹੜੀ ਅਵਿਦਿਆ ਸਮਝ ਲਓ ਧੁੰਦ ਪਈ ਹੋਈ ਹੈ। ਇਉਂ ਜਿਨ੍ਹਾਂ ਦੇ ਅੰਦਰੋਂ ਅਵਿਦਿਆ ਰੂਪੀ ਰਬਾਬ ਦੀ ਤਾਰ ਟੁੱਟ ਗਈ ਹੈ, ਵਾਜੈ ਨਹੀਂ ਵਿਜੋਗ, ਉਹ ਅਵਿਦਿਆ ਦਾ ਵਿਯੋਗ ਹੋਣ ਕਰਕੇ ਅਲਪਗਪੁਣੇ ਵਾਲੇ ਬਚਨ ਨਹੀਂ ਬੋਲਦੇ, ਕਿਉਂਕਿ ਉਹਨਾਂ ਦੀ ਲਿਵ ਨਾਮ ਗਿਆਨ ਵਿੱਚ ਜੁੜੀ ਹੋਈ ਹੈ। ਵਿਛੜਿਆ ਮਿਲੈ ਪ੍ਰਭੂ, ਸੋ ਜਿਨ੍ਹਾਂ ਦੇ ਮਹਾਰਾਜ ਕਹਿੰਦੇ ਬ੍ਰਹਮ ਗਿਆਨ ਦਾ ਸੰਯੋਗ ਹੋਇਆ, ਅਵਿਦਿਆ ਵੱਲੋਂ ਵਿਛੜ ਗਏ ਨੇ, ਉਹਨਾਂ ਨੂੰ ਪਰਮੇਸ਼ਰ ਨੇ ਆਪਣੇ ਨਾਲ ਮਿਲ ਲਿਆ ਹੈ। ਸਤਿਗੁਰੂ ਜੀ ਕਥਨ ਕਰਦੇ ਹਨ, ਕਿਉਂ ਬ੍ਰਹਮ ਗਿਆਨ ਦਾ ਸੰਯੋਗ ਹੋਣ ਕਰਕੇ ਅਵਿਦਿਆ ਵੱਲੋਂ ਵਿਛੜ ਗਏ ਤੇ ਪਰਮੇਸ਼ਰ ਨੇ ਆਪਣੇ ਨਾਲ ਉਹਨਾਂ ਨੂੰ ਮਿਲ ਲਿਆ ਹੈ। ਇਸੇ ਪ੍ਰਕਾਰ ਟੂਟੀ ਤੰਤਰ ਬਾਬ ਕੀ, ਜਿਨ੍ਹਾਂ ਦੇ ਅੰਤःਕਰਨ ਰੂਪੀ ਰਬਾਬ ਦੀ ਅੰਦਰੋਂ ਅਗਿਆਨ ਰੂਪੀ ਤਾਰ ਟੁੱਟ ਗਈ ਹੈ, ਵਾਜੈ ਨਹੀਂ ਵਿਜੋਗ, ਉਹ ਅਗਿਆਨ ਦੇ ਵਿਜੋਗੀ ਹੋ ਗਏ ਨੇ। ਇਸੇ ਕਰਕੇ ਉਹਨਾਂ ਦੇ ਅੰਦਰ ਅਗਿਆਨ ਰੂਪੀ ਵਾਜੇ ਨਹੀਂ ਵੱਜਦੇ। ਵਿਛੜਿਆ ਮਿਲੈ ਪ੍ਰਭੂ, ਜੋ ਅਗਿਆਨ ਵੱਲੋਂ ਵਿਛੜੇ ਹੋਏ ਹਨ, ਨਾਨਕ ਕਰ ਸੰਜੋਗ, ਸਹਿਬ ਕਥਨ ਕਰਦੇ ਨੇ ਕਿ ਉਹਨਾਂ ਨੂੰ ਪਰਮੇਸ਼ਰ ਨੇ ਮਹਾਵਾਕਾਂ ਦੇ ਸੰਯੋਗ ਦੁਆਰਾ ਆਪਣੇ ਨਾਲ ਮਿਲ ਲਿਆ ਹੈ। ਪਹਿਲਾਂ ਵੀ ਪੰਕਤੀ ਨਾਨਕ ਕਰ ਸੰਯੋਗ, ਬ੍ਰਹਮ ਗਿਆਨ ਦਾ ਸੰਯੋਗ ਕਰਕੇ ਸੋ ਉਹਨਾਂ ਨੂੰ ਮਹਾਰਾਜ ਕਥਨ ਕਰਦੇ ਪਰਮੇਸ਼ਰ ਨੇ ਆਪਣੇ ਨਾਲ ਮਿਲ ਲਿਆ ਹੈ। ਸਰਵਰ ਕਾਇਆ ਪੰਖ ਮਾਨਾ, ਦੇਹ ਰੂਪੀ ਬ੍ਰਿਕਸ਼ ਹੈ, ਇਸ ਦੇ ਵਿੱਚ ਰਹਿਣ ਵਾਲਾ ਇੱਕ ਮਨ ਰੂਪੀ ਪੰਛੀ ਹੈ। ਸਰਵਰ ਪੰਖੀ ਪੰਚ, ਪਰ ਇਸੇ ਸਰੀਰ ਰੂਪੀ ਬ੍ਰਿਕਸ਼ ਦੇ ਵਿੱਚ ਪੰਜ ਪੁਰਾਣ ਜਾਂ ਇੰਦਰੀ ਰੂਪ ਪੰਛੀ ਹੋਰ ਵੀ ਵਸਦੇ ਨੇ। ਭਾਵ ਪੰਜ ਪੁਰਾਣ ਰੂਪੀ ਪੰਖ ਖੰਭ ਹਨ। ਤਤ ਚੁਗ ਹੈ ਮਿਲਈ ਕਸੇ, ਜਿਨ੍ਹਾਂ ਪੁਰਖਾਂ ਦਾ ਮਨ ਰੂਪ ਪੰਛੀ ਤੇ ਪੰਜ ਪੁਰਾਣ ਰੂਪ ਪੰਛੀ
ਇਕੱਠੇ ਹੋ ਕੇ ਤਤ ਸਿਧਾਂਤ ਸਰੂਪ ਦੀ ਪ੍ਰਾਪਤੀ ਵਾਲੇ ਨਾਮ ਰੂਪ ਜੋਗੇ ਨੂੰ ਚੁੱਕਦੇ ਹਨ। ਉਹ ਇੱਕ ਪਰਮਾਤਮਾ ਦੇ ਨਾਲ ਮਿਲ ਕੇ ਕਉ ਫਾਸਨਾ ਰੰਚ ਸੇ ਉਹਦੇ ਵਰਗੇ ਹੋ ਜਾਂਦੇ ਨੇ। ਉਹ ਇੱਕ ਸੇ ਇੱਕ ਅਕਾਲ ਪੁਰਖ ਨਾਲ ਮਿਲ ਜਾਂਦੇ ਨੇ। ਫਿਰ ਤਿੰਨਾਂ ਨੂੰ ਰੱਤੀ ਮਾਤਰ ਵੀ ਜਮਾਂ ਦੀ ਫਾਹੀ ਨਹੀਂ ਪੈਂਦੀ ਹੈ। ਉਹ ਜਮਾਂ ਦੀ ਫਾਹੀ ਤੋਂ ਛੁੱਟ ਜਾਂਦੇ ਨੇ। ਇਸੇ ਪ੍ਰਕਾਰ ਤਰਵਰ ਕਾਇਆ ਪੰਖ ਮਾਨ ਤਰ ਵਰ ਵਰ ਸ੍ਰੇਸ਼ਟ ਤਰ ਬ੍ਰਿਕਸ਼ ਕਾਇਆ ਇਹ ਬੁੱਧ ਹੈ। ਮਨ ਦੀ ਨਿਆਈ ਜਿਹਦਾ ਭਾਸ ਰੂਪੀ ਪੰਖੀ ਹੈ। ਇਸੇ ਬ੍ਰਿਕਸ਼ ਦੇ ਉੱਪਰ ਮਹਾਰਾਜ ਕਹਿੰਦੇ ਨੇ ਤਰਵਰ ਪੰਖੀ ਪੰਚ ਦੂਜਾ ਪੰਜ ਸ੍ਰੇਸ਼ਟ ਸਾਖੀ ਚੇਤਨ ਬ੍ਰਹਮ ਪੰਖੀ ਦੀ ਤਰ੍ਹਾਂ ਹੈ। ਤਤ ਚੁਗ ਹੈ ਮਿਲੇ ਕਸੇ ਸੋ ਜੋ ਗੁਰੂ ਉਪਦੇਸ਼ ਦੁਆਰਾ ਤਤ ਸਰੂਪ ਦੇ ਗਿਆਨ ਰੂਪੀ ਚੋਗੇ ਨੂੰ ਚੁਗਦੇ ਹਨ, ਉਹ ਮਿਲ ਕਰਕੇ ਏਕ ਸੇ ਇੱਕੋ ਕੁਟਸਥ ਦਾ ਸਰੂਪ ਹੀ ਹੋ ਜਾਂਦੇ ਨੇ। ਕੁਟਸਥ ਮੀਨਿੰਗ ਲੋਹਾਰ ਦੀ ਐਰਨ, ਉਹ ਵੱਡਾ ਸਾਰਾ ਲੋਹੇ ਦਾ ਟੁਕੜਾ ਜਿਹਦੇ ਉੱਪਰ ਉਹ ਦਿਨੇ ਰਾਤ ਠਾ ਠਾ ਥੋੜੇ ਮਾਰੀ ਜਾਂਦਾ ਤੇ ਪਰ ਉਹ ਕਿਤੇ ਹਿੱਲਦੀ ਨਹੀਂ ਹੈ। ਇਸੇ ਪ੍ਰਕਾਰ ਜਿਹੜੀ ਆਤਮਾ ਹੈ, ਸਾਡਾ ਸਰੂਪ ਹੈ, ਇਹ ਕੁਟਸਥ ਦੀ ਤਰ੍ਹਾਂ ਆਸਰਾ ਅਚਲ ਹੈ। ਤੋ ਇਸ ਲਈ ਜੋ ਸਭਨਾਂ ਦਾ ਕੁਟਸਥ ਆਸਰਾ ਸਰੂਪ ਉਹਦਾ ਆਤਮਿਕ ਸਰੂਪ ਹੀ ਹੋ ਜਾਂਦੇ ਮਿਲ ਕੇ। ਇਸੇ ਕਰਕੇ ਤਿਨ ਕਉ ਫਾਸਨਾ ਰੰਚ ਤਿੰਨਾਂ ਨੂੰ ਰੰਚਕ ਮਾਤਰ ਵੀ ਜਮਾਂ ਦੀ ਫਾਹੀ ਨਹੀਂ ਪੈਂਦੀ। ਇਸੇ ਪ੍ਰਕਾਰ ਤਰਵਰ ਕਾਇਆ ਪੰਖ ਮਾਨਾ ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਦੇਹ ਰੂਪੀ ਇੱਕ ਬ੍ਰਿਕਸ਼ ਹੈ ਤੇ ਜਿਹੜਾ ਮਨ ਭਾਵ ਜੀਵ ਆਤਮਾ ਇਹ ਪੰਛੀ ਦੀ ਤਰ੍ਹਾਂ ਹੈ। ਤਰਵਰ ਪੰਖੀ ਪੰਚ ਇਸੇ ਦੇਹ ਰੂਪ ਬ੍ਰਿਕਸ਼ ਦੇ ਉੱਤੇ ਪੰਖੀ ਪੰਜ ਸ੍ਰੇਸ਼ਟ ਪੰਛੀ ਜਿਹੜਾ ਹੈ ਕੁਟਸਥ ਹੈ। ਤਤ ਚੁਗ ਹੈ ਮਿਲੇ ਕਸੇ ਸੋ ਜੀਵ ਰੂਪ ਪੰਛੀ ਏਕ ਸੇ ਇੱਕ ਪਰਮੇਸ਼ਰ ਦੀ ਸੱਤਾ ਨਾਲ ਮਿਲ ਕੇ ਵਿਸ਼ਿਆਂ ਜਾਂ ਪਦਾਰਥਾਂ ਰੂਪੀ ਜੋਗ ਨੂੰ ਚੁਗਦੇ ਹਨ। ਤਿਨ ਕਉ ਫਾਸਨਾ ਰੰਚ ਪਰ ਤਿਸ ਕੁਟਸਥ ਰੂਪ ਪੰਛੀ ਨੂੰ ਰੰਜਕ ਮਾਤਰ ਵੀ ਫਾਹੀ ਨਹੀਂ ਹੈ। ਇਸੇ ਪ੍ਰਕਾਰ ਤਰਵਰ ਕਾਇਆ ਪੰਖ ਮਾਨਾ ਬੁੱਧੀ ਰੂਪ ਸ੍ਰੇਸ਼ਟ ਬ੍ਰਿਕਸ਼ ਹੈ ਤੇ ਇੱਕ ਮਨ ਯਾਨੀ ਮਹਿਲਾ ਜੀਵ ਰੂਪ ਪੰਖੀ ਹੈ। ਤਰਵਰ ਕਾਇਆ ਤਰਵਰ ਪੰਖੀ ਪੰਚ ਤੇ ਦੂਸਰਾ ਪੰਜੀ ਚੇਤਨਾ ਈਸ਼ਰ ਰੂਪ ਪੰਛੀ ਦੀ ਤਰ੍ਹਾਂ ਹੈ। ਤਤ ਚੁਗ ਹੈ ਮਿਲੇ ਕਸੇ ਮਹਾਰਾਜ ਸਾਹਿਬ ਫਰਮਾਉਂਦੇ ਨੇ ਕਿ ਜੋ ਪੰਜ ਸੋ ਜੀਵ ਰੂਪ ਜਿਹੜੇ ਪੰਛੀ ਹਨ, ਸ੍ਰੇਸ਼ਟ ਪੰਛੀ, ਉਹ ਇੱਕ ਪਰਮੇਸ਼ਰ ਦੀ ਸੱਤਾ ਨਾਲ ਮਿਲ ਕੇ ਪਦਾਰਥਾਂ ਰੂਪੀ ਚੋਗ ਨੂੰ ਚੁਗਦੇ ਨੇ। ਪਰ ਤਿਸ ਕੁਟਸਥ ਰੂਪ ਪੰਛੀ ਨੂੰ ਰੰਜਕ ਮਾਤਰ ਵੀ ਫਾਹੀ ਨਹੀਂ ਪੈਂਦੀ। ਇਸੇ ਤਰ੍ਹਾਂ ਤਰਵਰ ਕਾਇਆ ਪੰਖ ਮਾਨਾ ਬੁੱਧੀ ਰੂਪ ਸ੍ਰੇਸ਼ਟ ਬ੍ਰਿਕਸ਼ ਹੈ। ਮਾਫ ਕਰਨਾ, ਫਿਰ ਪੜੋ। ਤਰਵਰ ਕਾਇਆ ਪੰਖ ਮਾਨਾ ਬੁੱਧੀ ਰੂਪ ਸ੍ਰੇਸ਼ਟ ਬ੍ਰਿਕਸ਼ ਹੈ ਤੇ ਇੱਕ ਮਨ ਜੋ ਮਲੀਨ ਜੀਵ ਰੂਪ ਪੰਖੀ ਹੈ ਅਤੇ ਤਰਵਰ ਪੰਖੀ ਪੰਚ ਦੂਸਰਾ ਪੰਜ ਚੇਤਨਾ ਈਸ਼ਰੂ ਪੰਛੀ ਦੀ ਤਰ੍ਹਾਂ ਹੈ। ਤਤ ਚੁਗ ਹੈ ਮਿਲੇ ਕਸੇ ਜੋ
ਸੰਤ ਜਨਾਂ ਨੂੰ ਮਿਲ ਕੇ ਤਤ ਸਰੂਪ ਰੂਪੀ ਚੋਗੇ ਨੂੰ ਚੁਗਦੇ ਨੇ, ਉਹ ਅਦਵੈਤ ਸਰੂਪ ਬ੍ਰਹਮ ਦੇ ਨਾਲ ਮਿਲ ਕੇ ਇੱਕ ਮਿਕ ਹੋ ਜਾਂਦੇ ਹਨ। ਤਿਨ ਕਉ ਫਾਂਸ ਨਾ ਰੰਚ, ਇਸੇ ਕਰਕੇ ਉਹਨਾਂ ਨੂੰ ਰੰਜਕ ਮਾਤਰ ਵੀ ਜੰਮਣ ਮਰਨ ਦੀ ਫਾਹੀ ਨਹੀਂ ਪੈਂਦੀ ਹੈ। ਫਾਹੇ ਖਟੇ ਮਿਟੇ ਗਮਨ, ਫਤਿਹ ਪਈ ਮਨ ਜੀਤ, ਨਾਨਕ ਗੁਰ ਤੇ ਥਿਤ ਪਾਈ। ਪਹਿਲਾਂ ਫਿਰਨ ਪਾਠ ਕਰੀਦਾ ਸੀਗਾ, ਪਰ ਮਹਾਂਪੁਰਖਾਂ ਦੀ ਮੈਂ ਕੈਸਟ ਸੁਣੀ, ਉਹਨਾਂ ਦੀ ਕਥਾ ਸੁਣ ਕੇ ਪਾਠ ਮੈਂ ਚੇਂਜ ਕਰ ਦਿੱਤਾ ਤੇ ਮਹਾਂਪੁਰਖਾਂ ਦੀ ਰਸਨਾ ਤੋਂ ਜੋ ਮੁੱਖ ਪਾਠ ਉਹ ਫਿਰ ਨਾ ਮਿਟੇ ਨਿਤਨੀਤ ਸੁਣਿਆ। ਤੋ ਇਸ ਤਰ੍ਹਾਂ ਜਿਹੜਾ ਮਨ ਗੁਰੂ ਦੇ ਨਾਲ ਜੁੜ ਗਿਆ, ਉਹ ਫੇਰਿਆਂ ਦੇ ਫਿਰਨ ਵੱਲੋਂ ਰੁਕ ਗਿਆ। ਉਹ ਫਿਰ ਨਿਤ ਪ੍ਰਤੀ ਕਦੀ ਕਿਸੇ ਜੋਨ 'ਚ ਕਦੀ ਕਿਸੇ ਜੋਨ 'ਚ ਫਿਰਦਾ ਨਹੀਂ ਹੈ। ਜਿਹਦੇ ਮਨ ਦੀ ਭਟਕਣਾ ਮਿਲ ਗਈ, ਮਨ ਦਾ ਟਿਕਾਊ ਆ ਗਿਆ, ਉਹਦੇ 'ਤੇ ਵਾਹਿਗੁਰੂ ਦੀ ਕਿਰਪਾ ਹੋ ਗਈ। ਉਹਦੇ ਫੇਰੇ ਆਉਣ ਜਾਣ ਦੇ ਜੰਮਣ ਮਰਨ ਵਾਲੇ ਮਿਟ ਗਏ, ਫਾਹੇ ਕਾਟੇ ਮਰ ਨੇ ਮੋਹ ਮਾਇਆ ਦੇ ਫਾਹੇ ਕੱਟ ਸੁੱਟ, ਮਿਟੇ ਗਮਨ, ਆਉਣ ਜਾਣ ਦਾ ਜਿਹੜਾ ਗਮਨ ਚੱਕਰ ਸੀਗਾ ਪਿਆ ਹੋਇਆ ਇਹ ਮਿਟ ਗਿਆ। ਫਤਿਹ ਪਈ ਮਨ ਜੀਤ, ਮਨ ਜਿੱਤ ਗਿਆ, ਫਤਿਹ ਹੋ ਗਈ। ਨਾਨਕ ਗੁਰ ਤੇ ਥਿਤ ਪਾਈ, ਗੁਰਾਂ ਤੋਂ ਟਿਕਾ ਪਾ ਲਿਆ। ਆ ਜਿਹੜੀ ਕਥਾ ਹੈ ਇਹ ਕਾਹਦੇ ਵਾਸਤੇ ਹੈ ਵੀ ਆਪਾਂ ਟਿਕ ਕੇ ਬੈਠੀਏ। ਇੱਕ ਬਹਾਨਾ ਹੈ ਟਿਕ ਕੇ ਬੈਠਣ ਦਾ। ਕੀਰਤਨ ਕਾਹਦੇ ਲਈ ਹੈ ਕਿ ਟਿਕ ਕੇ ਬੈਠੀਏ, ਸਾਡਾ ਮਨ ਟਿਕਾਓ ਵਿੱਚ ਆਏ। ਕਥਾ ਤੇ ਕੀਰਤਨ ਦਾ ਇੱਕ ਬਹਾਨਾ ਹੈ ਮਨ ਦੇ ਟਿਕਾਓ ਲਈ। ਗੁਰਬਾਣੀ ਦਾ ਮਹਾਰਾਜ ਨੇ ਸਾਨੂੰ ਆਸਰਾ ਦਿੱਤਾ ਕਿ ਮਨ ਨੂੰ ਇਸ ਤਰ੍ਹਾਂ ਟਿਕਾਓ ਪਾਈ। ਨਾਨਕ ਗੁਰ ਤੇ ਥਿਤ ਪਾਈ, ਸੋ ਜਿਹਨੂੰ ਰੱਬ ਨੇ ਤਾਰਨਾ ਹੋਵੇ ਉਹ ਆਪ ਦੀ ਸੰਗਤ 'ਚ ਮਿਲਾ ਕੇ ਕਥਾ ਕੀਰਤਨ ਸੁਣਾਉਂਦਾ ਹੈ। ਤੋ ਇਸ ਲਈ ਗੁਰੂ ਸਾਹਿਬ ਦੀ ਕਿਰਪਾ ਨਾਲ ਜਦ ਪਾਠ ਕਰਨ ਦੀ ਜਾਚ ਆ ਗਈ, ਫਿਰ ਚੌਂਕੜਾ ਮਾਰ ਕੇ ਰੌਲ ਲਾਈ ਤੇ ਕੀਰਤਨ ਦੀ ਜਾਚ ਆ ਗਈ, ਸ਼ਬਦ ਕੋਈ ਪੜ੍ਹਿਆ, ਕਥਾ ਸਿਖਾਤੀ ਮਹਾਰਾਜ ਨੇ। ਥੋੜਾ ਬਹੁਤਾ ਘੜੀ ਘੰਟਾ ਬਹਾਨੇ ਨਾਲ ਗੁਰੂ ਚਰਨਾਂ 'ਚ ਹਾਜ਼ਰੀ ਲੱਗ ਗਈ। ਉਂਝ ਕਿੱਥੇ ਬਹਿਣਾ ਮਿਲਦਾ ਹੈ। ਨਾਨਕ ਗੁਰ ਤੇ ਥਿਤ ਪਾਈ, ਗੁਰਾਂ ਤੋਂ ਅਸਥਿਤੀ ਪਾ ਲਈ, ਬੈਠਣਾ ਪਾ ਲਿਆ। ਉਹ ਤੋਂ ਬਾਅਦ ਹੀ ਮਨ ਨੇ ਟਿਕਣਾ ਹੈ। ਤੋ ਫਿਰ ਮਨ ਦਾ ਟਿਕਾਓ ਪਾ ਲਿਆ। ਫਿਰ ਨਾ ਮਿਟੇ ਨਿਤਨੀਤ, ਮੁੜ ਕੇ ਨਿਤ ਨਿਤ ਫਿਰ ਨਹੀਂ ਉਹ ਮਿਟੇ, ਮਤਲਬ ਮਰੇ ਨਹੀਂ ਹਨ, ਆਉਣ ਜਾਣ ਦੇ ਚੱਕਰ ਵੱਲੋਂ ਰਹਿ ਗਏ ਹਨ। ਹੈ ਤਾਂ ਬੇਗੁਲ ਬੇਗੁਲੇ, ਜੰਮਣ ਮਰਨ ਦੀ ਫਾਹੀ ਉਹਨਾਂ ਦੇ ਗਲੋਂ ਲੈ ਗਈ ਹੈ। ਜੋ ਸਕਾਮ ਕਰਮਾਂ ਨੂੰ ਕਰਕੇ ਕਾਲੀ ਤੋਂ ਕਾਲੀ ਤਾਂ ਉਡਾਰੀ ਮਾਰਦੇ ਹਨ। ਇਸੇ ਪ੍ਰਕਾਰ ਹੈ ਤਾਂ ਬੇਗੁਲ ਬੇਗੁਲੇ, ਬੇਗੁਲ ਬੇਦਵੈ ਦੀਆਂ ਗੁਲ ਗੱਲਾਂ ਦੇ ਵਿੱਚ ਜੜੇ ਹੋਏ ਕਾਲੀ ਨਾਲ ਉੱਡਦੇ ਨੇ ਅਤੇ ਪਦਾਰਥਾਂ ਤਕ ਹੈ ਚੋਗ ਘਣੀ, ਜਾਂ ਸਵਰਗ ਦੇ ਦੇਹ ਭੋਗਾਂ ਰੂਪੀ ਬਹੁਤੀ ਚੋਗ ਨੂੰ ਤੱਕਦੇ ਨੇ ਜੀਵਾਂ ਨੂੰ ਪੰਛੀ। ਭਾਵ ਜਿੰਨਾ ਚਿਰ ਪੁੰਨ ਕਰਮ ਹੁੰਦੇ ਨੇ ਉਹਨਾਂ ਚਿਰ ਸਵਰਗ ਦਾ ਸੁਖ ਰੂਪੀ ਚੋਗਾ ਚੁਗਦੇ ਭੋਗਦੇ ਹਨ। ਇਸੇ ਪ੍ਰਕਾਰ ਹੈ ਤਾਂ ਬੇਗੁਲ ਬੇਗੁਲੇ, ਮਨਮੁਖ ਜੀਵ ਰੂ ਪੰਛੀ ਬੇਗੁਲ ਦਵੈਤ ਵਾਲੀਆਂ ਗੱਲਾਂ ਕਰਨ ਵਾਲੇ ਹਨ ਅਤੇ ਤਕ ਹੈ ਚੋਗ ਘਣੀ, ਵਿਸ਼ਿਆਂ ਰੂਪੀ ਘਣੀ ਹਰਿਆਣਵੀ ਬੋਲੀ ਹੈ। ਆਪਾਂ ਕਹਿੰਦੇ ਹਾਂ ਬਹੁਤੀ, ਪੰਜਾਬੀ ਬੋਲੀ ਬਹੁਤੀ ਹੈ, ਘਣੀ ਹਰਿਆਣਵੀ ਬੋਲੀ ਹੈ। ਬਹੁਤੀ ਚੋਗ ਨੂੰ ਤੱਕਦੇ ਵੇਖਦੇ ਰਹਿੰਦੇ ਹਨ। ਉਹ ਤਾਂ ਬੇਗੁਲੇ ਸ਼ੀਘਰ ਹੀ ਉੱਡ ਕੇ ਨਰਕਾਂ ਦੇ ਵਿੱਚ ਚਲੇ ਜਾਂਦੇ ਹਨ, ਪਾਪਾਂ ਦੇ ਭਾਗੀਦਾਰ ਬਣ ਜਾਂਦੇ ਨੇ। ਪੰਖ ਟੁੱਟੇ ਫਾਹੀ ਬੜੀ, ਜਦ ਪ੍ਰਾਣਾ ਰੂਪੀ ਹੋਈ ਖੰਭ ਟੁੱਟ ਗਏ ਤਾਂ ਫਿਰ ਜਮਾਂ ਦੀ ਫਾਹੀ ਗਲ 'ਚ ਪੈਣੀ ਹੋਈ ਸੀਗੀ। ਕੰਮ ਦਾ ਕੋਈ ਚੰਗਾ ਕੀਤਾ ਨਹੀਂ ਹੈ। ਆਪ ਗੁਣ ਪੀੜ ਬਣੀ, ਔਗਣਾਂ ਵਾਲਿਆਂ ਨੂੰ ਪੀੜ ਬਣ ਗਈ, ਮੁਸੀਬਤ ਬਣ ਗਈ। ਉਸ ਭੀੜ ਚੋਂ ਕੱਢਣ ਵਾਲਾ ਸੀ ਸਤਿਗੁਰੂ। ਸਤਿਗੁਰੂ ਦੀ ਸੇਵਾ ਨਹੀਂ ਕੀਤੀ। ਕਿਸੇ ਕੋਲੋਂ ਕੰਮ ਲੈਣਾ ਹੋਵੇ ਮੈਨੂੰ ਮਾਫ ਕਰਨਾ। ਸਤਿਗੁਰੂ ਜੀ ਤਾਂ ਪਰਮਾਤਮਾ ਨੇ, ਸਾਡੇ ਸ਼ਹਿਨशाह ਨੇ, ਸਾਡੇ ਗੁਰੂ ਨੇ, ਪੀਰ ਨੇ, ਮਾਂ ਪਿਓ ਨੇ।
ਵੈਸੇ ਇੱਕ ਦੁਨਿਆਵੀ ਉਦਾਹਰਨ ਹੈ, ਕਮ ਸੇ ਕਮ ਉਹਨੂੰ ਫੋਨ ਕਰੋਗੇ ਥੋੜਾ ਬਹੁਤਾ ਤੇ ਉਹਨੂੰ ਮਿਲੋ ਜੁਲੋਗੇ, ਜਾਂਦਿਆਂ ਸਾਰੀ ਥੋੜੀ ਕਹਿ ਦੋਗੇ ਮੇਰਾ ਕੰਮ ਕਰੋ, ਜਿਹੜਾ ਬੰਦਾ ਤੁਹਾਨੂੰ ਜਾਣਦਾ ਹੀ ਨਹੀਂ। ਤੇ ਪਹਿਲਾਂ ਆਪਦੀ ਇੰਟਰੋਡਕਸ਼ਨ ਤਾਂ ਕਰਾਓਗੇ ਵੀ ਫਲਾਣੇ ਨੇ ਮੈਨੂੰ ਭੇਜਿਆ ਜਾਂ ਤੁਹਾਡੀ ਜਾਣਕਾਰੀ ਇਸ ਤਰ੍ਹਾਂ ਉਸ ਤਰ੍ਹਾਂ, ਫੇਰ ਹੀ ਕੰਮ ਆਖੋਗੇ। ਮਿਲੇ ਤਾਂ ਕਦੀ ਹੈ ਨਹੀਂ, ਕਦੀ ਕੋਈ ਜਾਣ ਪਛਾਣ ਨਹੀਂ ਕਰਾਈ, ਕੋਈ ਇੰਟਰੋਡਕਸ਼ਨ ਵੀ ਮੈਂ ਕੌਣ ਆ, ਕਿੱਥੋਂ ਆਇਆ, ਜਾਂਦਿਆਂ ਸਾਰ ਮੇਰਾ ਕੰਮ ਕਰ ਦਿਓ ਜੀ, ਇਹ ਤਾਂ ਥੋੜਾ ਕੰਮ ਹੋਊਗਾ। ਦੁਨਿਆਵੀ ਕੰਮ ਹੀ ਇਸ ਤਰ੍ਹਾਂ ਨਹੀਂ ਹੁੰਦੇ। ਜੇ ਆਪਾਂ ਕਹੀਏ ਵੀ ਮੁਕਤ ਹੋ ਜਾਈਏ ਜੀ, ਮਹਾਰਾਜ ਸਾਨੂੰ ਫੜ ਕੇ, ਮਹਾਰਾਜ ਵਿਹਲਾ ਥੋੜਾ ਬੈਠਾ ਸਾਡੇ ਲਈ, ਇੰਨੀ ਦੁਨੀਆ ਹੈ, ਇੰਨੇ ਸੰਤ ਭਗਤ ਨਾਮ ਜਪਦੇ, ਉਹਨੇ ਸਾਨੂੰ ਹੀ ਬਾਂਹ ਤੋਂ ਫੜ ਕੇ ਮੁਕਤ ਕਰਨਾ, ਉਹਨੂੰ ਹੋਰ ਕੋਈ ਕੰਮ ਨਹੀਂ ਹੈ। ਤੇ ਇਸ ਵਾਸਤੇ ਮੈਨੂੰ ਮਾਫ ਕਰਨਾ, ਕਦੀ ਬਾਲ ਬੱਚੇ ਨੂੰ ਲਿਆ ਕੇ ਮੱਥਾ ਤਾਂ ਟਿਕਾਇਆ ਨਹੀਂ, ਕੋਈ ਸੇਵਾ ਦਾ ਕੋਈ ਉਪਦੇਸ਼ ਨਹੀਂ ਦਿੱਤਾ ਵੀ ਜੋੜੇ ਝਾੜੋ ਭਾਈ, ਚਰਨ ਗੰਗਾ ਦੀ ਸੇਵਾ ਕਰੋ, ਕੋਈ ਭਾਂਡੇ ਝੂਠੇ ਸੰਗਤ ਦੇ ਚੁੱਕੋ। ਤੇ ਗੁਰੂ ਸਾਹਿਬ ਦੀ ਆਖੇ ਲਾ ਕੇ ਕੋਈ ਕੇਸ ਤਾਂ ਰਖਾਈ ਨਹੀਂ, ਕੋਈ ਮਹਾਰਾਜ ਦੀ ਬਾਣੀ ਜਪਜੀ ਸਾਹਿਬ ਦਾ ਪਾਠ ਤਾਂ ਪੜਾਇਆ ਨਹੀਂ, ਕੋਈ ਬੱਚਿਆਂ ਦੀ ਸੁੱਖ ਲਈ ਮਹਾਰਾਜ ਵਿਹਲਾ ਥੋੜ੍ਹਾ, ਆਖੇ ਤਾਂ ਲੱਗਦੇ ਨਹੀਂ। ਆਪਾਂ ਕਦੀ ਗੁਰੂ ਸਾਹਿਬ ਨੂੰ ਮੰਨਿਆ ਨਹੀਂ, ਕਦੀ ਆਏ ਨਹੀਂ ਗਏ ਨਹੀਂ, ਕੋਈ ਅਰਦਾਸ ਨਹੀਂ, ਕੋਈ ਬੇਨਤੀ ਨਹੀਂ, ਕੋਈ ਆਪਦੀ ਜਾਣ ਪਹਿਚਾਣ ਨਹੀਂ, ਡੇਲੀ ਨਹੀਂ, ਬੰਦਾ ਐਤਵਾਰ ਹੀ ਮੱਥਾ ਟੇਕ ਜਾਏ, ਐਤਵਾਰ ਨਹੀਂ ਕੋਈ ਦਸਵੀਂ ਸੰਗਰਾਂਦ ਮੱਸਿਆ ਇਸੇ ਲਈ ਬਣਾਈਆਂ ਨੇ ਵੀ ਭੁੱਲਿਆ ਭਟਕਾ ਮੇਰੇ ਵਰਗਾ ਚਲੋ ਇਕੱਠ ਵੇਖ ਕੇ ਆ ਜਾਏ। ਇੰਨੀਆਂ ਆਵਾਜ਼ਾਂ ਆ ਰਹੀਆਂ, ਇੰਨੇ ਸੋਹਣੇ ਸੋਹਣੇ ਜਥੇ ਪ੍ਰਬੰਧਕ ਬੁਲਾਉਂਦੇ ਹਨ ਕਿ ਅਸੀਂ ਇਕੱਠੇ ਹੋ ਕੇ ਬੈਠੀਏ, ਸਾਡੇ ਮਹਾਰਾਜ ਕਿਰਪਾ ਕਰੇ, ਬਾਲ ਬੱਚੇ ਦਾ ਮਨ ਲੱਗੇ, ਗੁਰੂ ਸਾਹਿਬ ਕਿਰਪਾ ਕਰਨ। ਤਾਂ ਆਪਦੀ ਜਾਣ ਪਹਿਚਾਣ ਕਰਾਉਣ ਲਈ ਹੀ ਸਾਨੂੰ ਆਉਣਾ ਪੈਂਦਾ ਹੈ। ਇਹ ਜਿਹੜੀ ਕਥਾ ਹੈ, ਇਹ ਤੋਂ ਵਧੀਆ ਤੁਸੀਂ ਟੀਵੀ ਤੇ ਸੁਣ ਸਕਦੇ ਹੋ। ਸਭ ਕੁਝ ਘਰ ਬੈਠਿਆਂ, ਅੱਠੇ ਪੈਰ, ਸਾਇੰਸ ਦੇ ਇੰਨੇ ਵੱਡੇ ਸਾਧਨ ਨੇ, ਕੁਛ ਵੀ ਕਰਨ ਤੋਂ ਬਗੈਰ ਮਾੜਾ ਜਿਹਾ ਸੋਚ ਲਾਉਣਾ, ਬਸ ਸਭ ਕੁਝ ਸਾਨੂੰ ਘਰ ਬੈਠਿਆਂ ਪ੍ਰਾਪਤ ਹੋ ਰਿਹਾ ਹੈ। ਪਰ ਫਿਰ ਵੀ ਆਪਾਂ ਭੱਜੇ ਕਿਉਂ ਹੁੰਦੇ ਆ ਵੀ ਭੋਗਣਾ ਪੈ ਜਾਏ। ਅਰਦਾਸ 'ਚ ਸ਼ਾਮਲ ਹੋਈਏ, ਹੁਕਮਨਾਮਾ ਸੁਣੀਏ, ਕਾਹਤੋਂ ਵੀ ਮਹਾਰਾਜ ਨੂੰ ਸਾਡੀ ਪਹਿਚਾਣ ਆਵੇ, ਵੀ ਆਪਾਂ ਗੁਰੂ ਸਾਹਿਬ ਦੇ ਚਰਨਾਂ ਦੀ ਹਾਜ਼ਰੀ ਭਰੇ ਆ, ਵੀ ਫਲਾਣਾ ਬੰਦਾ ਵੀ ਹੈ। ਆਪਦੀ ਪਹਿਚਾਣ ਖਾਤਰ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਜ਼ਰੂਰੀ ਨੇ, ਹਰ ਮਰ ਨੂੰ ਬੇਨਤੀ ਕਰਨੀ ਲਾਜ਼ਮੀ ਹੈ। ਭਾਵੇਂ ਅੰਤਰਜਾਮੀ ਹੈ, ਰੱਬ ਮੇਰਾ ਅੰਤਰਜਾਮੀ ਜਾਣ, ਪਰ ਸਾਹਿਬਾਂ ਦੇ ਹੁੰਦਿਆਂ ਅਰਦਾਸੀਆ ਸਭਨਾਂ ਦੀ ਬੋਲ ਕੇ ਨਾਂ ਲੈ ਕੇ ਅਰਦਾਸ ਕਰਦਾ ਹੁੰਦਾ ਸੀ ਵੀ ਫਲਾਣੀ ਸੰਗਤ ਫਲਾਣੀ ਜਗ੍ਹਾ ਤੋਂ ਆਈ ਹੈ ਤੇ ਫਲਾਣੇ ਬੰਦੇ ਨੇ ਆਹ ਕੁਛ ਭੇਟਾ ਕੀਤਾ। ਇਹ ਮਰਜ਼ਾਦਾ ਹੈ ਗੁਰਦੁਆਰੇ ਦੀ। ਕਿੰਨਾ ਮਰਜੀ ਉਹ ਮਹਾਰਾਜ ਆਪਦੀ ਵੀ ਅਰਦਾਸ ਕਰਾਉਂਦੇ ਰਹੇ ਬਾਬੇ ਬੁੱਢੇ ਕੋਲ। ਤੁਸੀਂ ਦੱਸੋ, ਇਤਿਹਾਸ ਦੀ ਕਥਾ ਦੇ ਵਿੱਚ ਮੈਂ ਕਈ ਵਾਰ ਪੜ੍ਹਿਆ ਕਿ ਛੇਵੇਂ ਪਾਤਸ਼ਾਹ ਨੂੰ ਤਾਪ ਚੜ ਗਿਆ ਤੇ ਮਾਤਾ ਗੰਗਾ ਜੀ ਕਹਿੰਦੇ ਵੀ ਮਾਈਆਂ ਬੀਬੀਆਂ ਗੁਰੂ ਸਾਹਿਬ ਕਹਿੰਦੀਆਂ ਵੀ ਸੀਤਲਾ ਆ ਗਈ ਜੀ, ਮੰਦਿਰ ਜਾਓ ਜੀ। ਮਹਾਰਾਜ ਕਹਿੰਦੇ ਵਾਹਿਗੁਰੂ ਵਾਹਿਗੁਰੂ। ਤੁਹਾਨੂੰ ਇਹ ਗੱਲਾਂ ਕੌਣ ਕਰ ਰਿਹਾ? ਆਪਾਂ ਨਹੀਂ ਕਿਤੇ ਹੋਰ ਜਾਣਾ, ਆਪਾਂ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ। ਤੁਸੀਂ ਇਸ਼ਨਾਨ ਕਰਾਓ ਬਾਲਕ ਦਾ ਤੇ ਪ੍ਰਸ਼ਾਦ ਤਿਆਰ ਕਰਕੇ ਤੇ ਬਾਬੇ ਬੁੱਢੇ ਕੋਲੋਂ ਜਾ ਕੇ ਅਰਦਾਸ ਕਰਾਓ। ਆਪਦੀ ਅਰਦਾਸ ਵੀ ਮਹਾਰਾਜ ਗ੍ਰੰਥੀ ਕੋਲੋਂ ਕਰਾਉਂਦੇ ਹੁੰਦੇ ਸਨ। ਫਿਰ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੋਤੀ ਜੋਤ ਸਮਾਏ ਤੇ ਉਹਨਾਂ ਦਾ ਸਹਿਜ ਪਾਠ ਸਾਧ ਸੰਗਤ ਜੀਓ ਬਾਬੇ ਬੁੱਢੇ ਦੇ ਕੋਲੋਂ ਮਹਾਰਾਜ ਨੇ ਕਰਵਾਇਆ ਸੀਗਾ। ਆਖਿਆ ਬਾਬਾ ਜੀ ਤੁਸੀਂ ਸਿਆਣੇ ਪੁਰਖੋ, ਅਰਦਾਸ ਕਰੋ। ਇੰਨਾ ਸਤਿਕਾਰ ਮਹਾਰਾਜ ਮਰਿਆਦਾ ਪੁਰਸ਼ੋਤਮ ਸਨ। ਅੱਜ ਆਪਾਂ ਇੱਕੋ ਹੀ ਗੱਲ ਪੜੀ ਹੋਈ ਹੈ, ਅਕਾਲ ਤਖਤ ਕੀ ਹੈ ਜੀ, ਬਾਬੇ ਕੀ ਨੇ ਜੀ, ਸਿੰਘ ਸਾਹਿਬ ਕੀ ਹੈ ਜੀ। ਆਪਾਂ ਤਾਂ ਕਿਸੇ ਨੂੰ ਨਹੀਂ ਮੰਨਦੇ ਜੀ, ਮਹਾਰਾਜ ਮੰਨਦੇ ਰਹੇ ਨੇ। ਮੈਨੂੰ ਮਾਫ ਕਰਨਾ, ਤੁਸੀਂ ਦੱਸੋ ਵੀ ਅਕਾਲ ਤਖਤ ਸਿਰਜਣ ਵਾਲੇ ਵੀ ਅਕਾਲ ਤਖਤ ਦੇ ਅਖੰਡ ਪਾਠ ਕਰਾਉਂਦੇ ਰਹੇ ਤੇ ਅਰਦਾਸ ਆਪਦੀ ਪਿਤਾ ਜੀ ਦੀ ਬਾਬੇ ਬੁੱਢੇ ਕੋਲੋਂ ਕਰਾਈ। ਸਾਨੂੰ ਬਕਾਇਦਾ ਕੱਪੜੇ ਦਿੱਤੇ, ਜੋੜਾ ਦਿੱਤਾ, ਸਾਰੀ ਮਰਜ਼ਾਦਾ, ਭੇਟਾ ਦਿੱਤੀ, ਪੈਸੇ ਦਿੱਤੇ। ਭਾਵੇਂ ਬਾਬੇ ਨੇ ਲੰਗਰ ਚਲਾਤੇ ਹੋਣ, ਘਰ ਨਹੀਂ ਲਿਜਾਏ ਤੇ ਪਰ ਮਰਜ਼ਾਦਾ ਤਾਂ ਨਿਭਾਈ। ਫਿਰ ਬਾਬੇ ਬੁੱਢੇ ਦੀ ਅਰਦਾਸ ਭਾਈ ਗੁਰਦਾਸ ਜੀ ਕੋਲੋਂ ਕਰਾਈ। ਰਮਦਾਸ ਉਹਨਾਂ ਦਾ ਸਰੀਰ ਸ਼ਾਂਤ ਹੋ ਗਿਆ ਤੇ ਆਖਿਆ ਭਾਈ ਗੁਰਦਾਸ ਜੀ ਇਹਨਾਂ ਦਾ ਸਹਿਜ ਪਾਠ ਕਰੋ। ਭੋਗ ਪਵਾਇਆ ਅਕਾਲ ਤਖਤ ਤੇ। ਤੁਸੀਂ ਦੱਸੋ। ਫਿਰ ਭਾਈ ਗੁਰਦਾਸ ਜੀ ਦੀ ਅਰਦਾਸ ਬਾਬੇ ਵਿਧੀ ਚੰਦ ਕੋਲੋਂ ਕਰਾਈ। ਆਖਿਆ ਬਾਬਾ ਜੀ ਤੁਸੀਂ ਬ੍ਰਹਮ ਗਿਆਨੀ ਹੋ। ਭਾਈ ਗੁਰਦਾਸ ਜੀ ਤੋਂ ਗੁਰੂ ਅਰਜਨ ਸਾਹਿਬ ਦੇ ਮਾਮਾ ਜੀ ਸਨ, ਇਹਨਾਂ ਦੀ ਅਰਦਾਸ ਕਰੋ। ਬ੍ਰਹਮ ਗਿਆਨੀਆਂ ਦੀਆਂ ਵੀ ਅਰਦਾਸਾਂ ਹੁੰਦੀਆਂ ਰਹੀਆਂ।
तो इस वास्ते मर्यादा है गुरु महाराज के चरणों च आप दी पहचान करनी और बोल के आप दी अरदास करनी कि महाराज ते हम अवगुण भरे एक गुण नाही, अमृत छाड़ बिखे बिख खाई। तुसीं दसो भी गुरु रामदास कोई अवगुण है? जे है तो दसो। पर वो भी आप दी अरदास खुद आप कर रहे हैं। ये गुरु रामदास की बाणी है, हम अवगुण भरे एक गुण नाही, अमृत छाड़ बिखे बिख खाई। असीं ब्रह्म ज्ञानी होवांगे, आपदे घर होवांगे, आपदे डेरे होवांगे। गुरु ग्रंथ साहिब की हजूरी च नहीं जे कोई ब्रह्म ज्ञानी संत साधु, इत्थे सारे सिख ने और सबनां दी अरदास करनी बनती है और इंज अरदास करनी बनती है। हम अवगुण भरे एक गुण नाही, अमृत छाड़ बिखे बिख खाई। माया मोह भरम पै भूले, सुत दारा स्यों प्रीत लगाई। एक उत्तम पंथ सुनियो गुर संगत। उत्तम पंथ केड़ा? भाव भगती दा, गुरु की संगत वाला रस्ता। ये तुरना सबना नूं कंपलसरी है, भावें कोई ब्रह्म ज्ञानी भी है, इत्थे तुरना कंपलसरी है। बाबा बुढ़ा साहब जी हैड ग्रंथी ड्यूटी निभाते रहे, आउंदे जांदे महाराज की सेवा ते गुरु साहब की हाजरी, संगत दे विच बैठ के सेवा करते रहे। शरीर की सफलता इसे विच है। तो इसलिए एक उत्तम पंथ सुनियो गुर संगत, तेह मलंद जम त्रास मिटाई। जे आपां सारे घर ही बैठे रहिए, तुसीं दसो भी गुरुद्वारे आके सेवा कौन करूगा? इत्थे झाड़ू कौन, किनू आखांगे झाड़ू फेरो? आ दरियां कौन विछाऊगा? चादरां कौन धोऊगा? रोटियां कौन पकाऊगा? संगत दियां वरताऊगा कौन? आपां यही कहंदे आ ना भी गुरुद्वारे आउण दी लोड़ नहीं जी, बाणी बाणी की लोड़ नहीं जी। एडा वड्डा गुरु ग्रंथ साहब क्यों बनाया? ज्यों सवेर तो तकालां तक प्रकाश है। जे पढ़न वाले ही घर कहिंदे सिखां दे मुंडे भी सानू तां लोड़ नहीं जी, फिर महाराज ने प्रकाश क्यों करवाया? एडा वड्डा बनाया क्यों? भी जे कल्ले वाहिगुरू नहीं सरदा हुंदा, आपां राधा सोहणे चेले बन के बस रब रब कर छड्डदे। पखंडी गुरु तां यही कहंदे ने भी माला फड़ो नाम जपो। बाणी तो अगे टुटे हुए हैं, वड्डिया रूह तो ऊँ नहीं करता। फिर जी आप ही प्रचार कर लग पे, दसो फिर आएगा कौन? सेवा किवें होगी? गुरु घर एडे एडे वड्डे इन्नियां करोड़ा अरबां रुपये माया ला के बने, आप आके बैठांगे ही नहीं, हाजरी नहीं भरांगे, अब पक्खियां दा की फायदा होया? हुण महाराज तां बैठ के आके बहनों रहा, वो तां सानू उपदेश दे गए भाई संगत करो। हुण गुरु ने थोड़ो आप इत्थे बैठे रहना, महाराज तो सिक्ख्या दे गए, साडे लिए सारा कुछ। तो इसलिए आपके बच्चों को, आपके परिवार को महाराज गुरु ग्रंथ साहिब नाल जोड़िए। आपां विचार कर रहे सी, अवगुण भीड़ बनी, माया मोह भरम पै भूले, सुत दारा स्यों प्रीत लगाई। एक उत्तम पंथ सुनियो गुर संगत, तेह मलंद जम त्रास मिटाई। एक अरदास पाठ कीरत की गुरु रामदास रखो सरनाई। ये सच्चे पातशाह गुरु रामदास जी, असीं तेरी शरण विच आं, सानू आप दी शरण विच रख के साडे अवगुणां नूं बख्श लओ जी। जे अरदास नहीं करांगे ते वड्डे वड्डे जिहड़े कान सन, पाटे खां, नाडू खां वर्गे, हरनाख शराबन वर्गे, उन्हां दे भी जद भीड़ बनी, मुसीबत बनी, उन्हां दीयां भी चीकां निकल गईयां। अवगुण भीड़ बनी, जद अवगुणां वालियां नूं भीड़ मुसीबत बनदी है तां फिर पता चलदा है इस प्रकार पंख टुटे। पंख टुटे फाही पड़ी, जद पुराना रूपी खंभ टुट गए, या पुन्ना या बिद नखेद रूपी खंभ टुट गए, पाप पुण्य कर्मां दा फल भोगिया जांदा, तां फिर जमां दी फाही गल पै जांदी है। अवगण भीड़ बनी, क्यों अवगणी जीवां नूं टेढ़ियां जूनां च पैण दी भीड़ बनी रहिंदी है, काल जां नरकां च पैण दी बिपता बनी रहिंदी है। अर्थात जद जमां दी फाही गल पवेगी, उस वेले सूखम शरीर ते सतूल शरीर का विजोग होगा। ये विजोग मनो खंभ टुटणगे, अगे जाके अपने ही अवगुणां दी आप ही बिपता बनेगी। जिवें मकड़ी आप ही जाला बुनदी है, आप ही विच फस के मर जाती है। साचे क्यों छुटी छूटी है, सच्चे नाम तो बिना किवें छुटोगे भाई दसो। हर गुण कर्म
ਮਣੀ। ਤਦ ਹੀ ਹਰੀ ਪਰਮੇਸ਼ਰ ਦੇ ਗੁਣ ਗਾਉਣ ਦਾ ਸਮਾਂ ਪ੍ਰਾਪਤ ਹੁੰਦਾ ਹੈ। ਜੇ ਪ੍ਰਭੂ ਪ੍ਰਾਪਤੀ ਵਾਲੇ ਨਿਸ਼ਕਾਮ ਕਰਮਾਂ ਦੀ ਰਤੀ ਕੋਲ ਹੋਵੇ, ਪਰਮੇਸ਼ਰ ਦੇ ਗੁਣ ਗਾਉਣ ਦੀ ਗੁਰਾਂ ਦੁਆਰਾ ਦਾਤ ਪ੍ਰਾਪਤ ਹੁੰਦੀ ਹੈ। ਜਦ ਮੱਥੇ ਦੇ ਸ਼੍ਰੋਮਣੀ ਕਰਮ ਲਿਖੇ ਹੋਣ, ਜੋ ਪਰਮੇਸ਼ਰ ਦੇ ਉਪਕਾਰਾਂ ਨੂੰ ਚੇਤੇ ਕਰਨ ਦੀ ਕਮਾਈ ਕਰਨੀ ਹੈ, ਇਹ ਦਾਤ ਸ਼੍ਰੋਮਣੀ ਕਰਮਾਂ ਕਰਕੇ ਪ੍ਰਾਪਤ ਹੁੰਦੀ ਹੈ, ਜਾਂ ਗੁਰਾਂ ਦੀ ਕਿਰਪਾ ਕਰਕੇ ਹੀ ਪਰਮੇਸ਼ਰ ਦੇ ਗੁਣ ਗਾਉਣ ਦੀ ਤੇ ਭਗਤੀ ਰੂਪ ਚਿੰਤਾਮਣੀ ਦਾਤ ਪ੍ਰਾਪਤ ਹੁੰਦੀ ਹੈ। ਬਿਨਾਂ ਸੱਚੇ ਨਾਮ ਤੋਂ ਕਿਵੇਂ ਛੁੱਟੋਗੇ? ਆਪ ਛਡਾਏ ਛੂਟੀਐ। ਉਹ ਪਰਮੇਸ਼ਰ ਆਪ ਸਭ ਤੋਂ ਵੱਡਾ ਤੇ ਸਰਬ ਦਾ ਮਾਲਕ ਹੈ। ਜਦੋਂ ਆਪ ਛੁਡਾਏ ਤਾਂ ਹੀ ਨਰਕਾਂ ਤੋਂ, ਕਾਲ ਤੋਂ, ਜਮਨ ਮਰਨ ਦੇ ਦੁੱਖਾਂ ਆਦਿਕਾਂ ਤੋਂ ਛੁਟਕਾਰਾ ਪਾਈਦਾ ਹੈ। ਵੱਡਾ ਆਪ ਧਣੀ। ਕਿਉਂਕਿ ਸਭ ਤੋਂ ਵੱਡਾ ਮਾਲਕ ਉਹ ਵਾਹਿਗੁਰੂ ਹੀ ਹੈ। ਆਪਾਂ ਤਾਂ ਐਵੇਂ ਛੋਟੇ ਛੋਟੇ ਮਾਲਕ ਬਣੇ ਹੋਏ ਹਾਂ। ਗੁਰ ਪ੍ਰਸਾਦੀ ਛੂਟੀਐ। ਸਤਿਗੁਰਾਂ ਦੀ ਕਿਰਪਾ ਨਾਲ ਹੀ ਛੁਟਕਾਰਾ ਪਾਈਦਾ ਜੇ। ਇਸ ਲਈ ਜਿੱਥੇ ਮਰਜ਼ੀ ਭੱਜ ਲਓ, ਜੋ ਮਰਜ਼ੀ ਕਰ ਲਓ, ਬਿਨਾਂ ਅੰਮ੍ਰਿਤ ਛਕ ਕੇ ਨਾਮ ਜਪਣ ਤੋਂ ਛੁਟਕਾਰਾ ਨਹੀਂ ਜੇ ਹੋਣਾ। ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਕਿਰਪਾ ਆਪ ਕਰੇ। ਤੇ ਭਜਨ ਉਹ ਕਰਦਾ ਹੈ ਜਿਹਦੀ ਤੇ ਵਾਹਿਗੁਰੂ ਆਪ ਮਿਹਰ ਦੀ ਦ੍ਰਿਸ਼ਟੀ ਕਰਕੇ ਗੁਰਾਂ ਨਾਲ ਮਿਲਦਾ ਹੈ। ਆਪਣੇ ਹਾਥ ਵਡਾਈਆ। ਸਾਰੀਆਂ ਵਡਿਆਈਆਂ ਵਾਹਿਗੁਰੂ ਜੀ ਨੇ ਆਪਣੇ ਹੱਥ ਵਿੱਚ ਰੱਖੀਆਂ ਹੋਈਆਂ ਨੇ। ਜੈ ਭਾਵੈ ਤੈ ਦੇ। ਜਿਹੜਾ ਉਹਨੂੰ ਚੰਗਾ ਲੱਗਦਾ ਉਸੇ ਨੂੰ ਦਿੰਦਾ ਹੈ। ਇਸ ਲਈ ਉਹਦੇ ਚਰਨਾਂ 'ਚ ਅਰਦਾਸ ਕਰੀਏ ਕਿ ਮਹਾਰਾਜ ਕਿਰਪਾ ਕਰ। ਜਿਹਦੀ ਭਗਤੀ ਉਹਨੂੰ ਪਾ ਜਾਏ, ਜਿਹਦੀ ਭਾਵਨਾ ਉਹਨੂੰ ਪਾ ਜਾਏ, ਜਿਹੜਾ ਉਹਦੀ ਤੇ ਭਾਵਨਾ ਕਰਦਾ ਉਹਨੇ ਉਸੇ ਨੂੰ ਹੀ ਦਾਤਾਂ ਮਿਲਦੀਆਂ। ਦਾਤਾ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ, ਨਾਨਕ ਨਾਮ ਰਤੇ ਸੁਖ ਪਾਇਆ। ਦਰਗਹਿ ਜਾਪੈ ਸਈ। ਭੁੱਲਾਂ ਚੁੱਕਾਂ ਖਿਮਾ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ। ਗੁਰ ਪ੍ਰਸਾਦੀ ਛੂਟੀਐ। ਕਿਰਪਾ ਆਪ ਕਰੇ। ਆਪਣੇ ਹਾਥ ਵਡਾਈਆ। ਜੈ ਭਾਵੈ ਤਾਂ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ